ਸਾਡਾ ਭਾਈਚਾਰਾ ਨੂੰ ਇਹ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਮੈਂ ਪੰਜਾਬ ਦਾ ਪੁੱਤਰ ਆ, ਪੰਜਾਬ ਦੀ ਧੀ ਆ, ਮੈਂ ਇੰਡੀਆ ਤੋਂ ਆਈ ਆ, ਜਾਂ ਮੈਂ ਸਾਊਥ ਏਸ਼ੀਅਨ ਆ, ਮੇਰਾ ਆਹ ਰੰਗ ਆ, ਮੈਨੂੰ ਵੋਟ ਪਾਓ, ਮੈਂ ਆਹ ਭਾਸ਼ਾ ਬੋਲਦੀ ਆ। ਸਭ ਨੂੰ ਹੀ ਪਤਾ ਕਿ ਪਰਸੀਵਡ ਫਰੰਟ ਰਨਰ ਕੌਣ ਆ। ਮੈਂ ਕੋਈ ਇੱਥੇ ਕਿਸੇ ਨੂੰ ਇੰਡੋਰਸ ਨਹੀਂ ਕਰਨਾ ਨਾ, ਮੈਂ ਆਈ ਥਿੰਕ ਇਟਸ ਨਾਟ ਗੁੱਡ ਕਿ ਮੈਂ ਕਿਤੇ ਨਾਮ ਵੀ ਲਵਾਂ, ਪਰ ਸਭ ਨੂੰ ਪਤਾ ਹੀ ਆ। ਜਸਟਿਨ ਟਰੂਡੋ ਐਰੋ ਟੂਲ ਦਾ ਨਾਂ ਹੀ ਨਹੀਂ ਸੀ ਲੈਂਦੇ, ਹੈ ਨਾ। ਇਹ ਜਿਹੜੇ ਫਰੰਟ ਰਨਰ ਹੁੰਦੇ ਉਹਦੀ ਸਟ੍ਰੈਟਜੀ ਠੀਕ ਹੈ। It's fight between Patrick Brown and Nikki's campaign manager. अच्छा। Rather than it's between Patrick and Nikki Kaur. ठीक है। ਉਹ ਕਈ ਵਾਰ ਮੈਂ ਦੱਸਦਾ ਉਹਨਾਂ ਦੇ ਜਿਹੜੇ ਕੰਪੇਨ ਮੈਨੇਜਰ ਦੇ ਲਾਸਟ 22 ਟਵੀਟਸ ਜਿਹੜੇ ਆ ਉਹ ਨਿੱਕੀ ਕੌਰ ਦਾ ਨਾਮ ਇੱਕ ਵਾਰੀ ਨਹੀਂ। ਤੇ ਮੈਂ ਬਹੁਤ ਲੋਕਾਂ ਨੂੰ ਜਾਣਦਾ ਆ ਜਿਹੜੇ ਕਹਿ ਰਹੇ ਆ ਕਿ ਉਹਨਾਂ ਦੇ ਘਰ ਦੇ ਇੱਕ ਦਾ ਜੀਵ ਬੌਬ ਸਾਨੂੰ ਵੋਟ ਪਾਇਆ ਹੈ। ਫਿਰ ਅਗਰ ਗੱਲ ਕਰੀਏ ਪੈਟਰਿਕ ਬਰਾਊਨ ਕੀ ਰਿਜੈਕਟਡ ਆ, ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ। ਉਹ ਨਿੱਕੀ ਕੌਰ ਜੀ ਨੇ 3 ਇਲੈਕਸ਼ਨਾਂ ਲੜੀਆਂ ਆ, 2 ਨੋਮੀਨੇਸ਼ਨ ਲੜੀਆਂ, ਇੱਕ ਬਤੌਰ ਕੈਂਡੀਡੇਟ ਹੈਮਿਲਟਨ ਸਟੋਨੀ ਕ੍ਰੀਕ ਜਾ ਕੇ ਲੜੀ ਆ ਤੇ 3 'ਚ ਹਾਰੇ ਆ। ਪਰ ਮੈਂ ਫਿਰ ਵੀ ਨਹੀਂ ਕਹੂੰਗਾ ਕਿਉਂਕਿ ਮੌਕਾ ਆ। ਕਈ ਵਾਰੀ ਅਬਰਾਹਮ ਲਿੰਕਨ ਪਹਿਲਾਂ ਇਲੈਕਸ਼ਨ ਹਾਰੇ ਸੀ, ਜਿੱਤਦੇ ਰਹੇ, ਤੇ ਬਹੁਤ ਬੜੇ ਐਗਜ਼ਾਮਪਲ ਨੇ। 4 ਸਾਲਾਂ 'ਚ ਕੀ ਕੋਈ ਕੰਮ ਹੋਏ? ਕਿਉਂਕਿ ਜਿਹੜੇ ਆਪੋਜੀਸ਼ਨ ਕਹਿੰਦੇ ਆ ਕਿ ਇੰਨੀ ਕੰਟਰੋਵਰਸੀਜ਼ ਜਾਂ ਅਟੈਕ ਜਾਂ ਕੰਮ, ਪੈਟਰਿਕ ਬਰਾਊਨ ਨੇ ਆਪਣੀ ਇੱਕ ਲਿਸਟ ਦਿੱਤੀ ਹੈ ਅਕੰਪਲਿਸ਼ਮੈਂਟਸ ਦੀ, ਚਾਹੇ ਕ੍ਰਿਕਟ ਤੇ ਕੰਮ ਕੀਤਾ, ਚਾਹੇ ਉਹਨਾਂ ਨੇ ਰਿਲੀਜੀਅਸ ਬਿੱਲ ਤੇ ਕੰਮ ਕੀਤਾ। ਤੁਹਾਨੂੰ ਕੀ ਲੱਗਦਾ 4 ਸਾਲਾਂ ਦਾ ਟੈਨਿਓਰ ਤੁਸੀਂ ਕਿੱਦਾਂ ਉਹਨਾਂ ਦਾ ਇਵੈਲੂਏਟ ਕਰੋਗੇ? ਕੋਵਿਡ ਦਾ ਜੋ ਦੌਰ ਸੀ, ਜਦੋਂ ਹਰ ਇੱਕ ਮੇਨ ਸਟ੍ਰੀਮ ਮੀਡੀਆ ਅਟੈਕ ਕਰ ਰਿਹਾ ਸੀ ਕਿ ਬਰੈਂਪਟਨ ਅਨਟੱਚੇਬਲ ਆ, ਬਰੈਂਪਟਨ ਦੇ ਵਿੱਚ ਕੇਸ ਬਹੁਤ ਵੱਧ ਰਹੇ, ਕੀ ਪੈਟਰਿਕ ਨੇ ਬਰੈਂਪਟਨ ਦੇ ਰੈਜ਼ੀਡੈਂਟਸ ਨੂੰ ਡਿਫੈਂਡ ਕੀਤਾ ਕਿ ਨਹੀਂ ਕੀਤਾ? ਕੀ ਪੈਟਰਿਕ ਬਰਾਊਨ ਬਰੈਂਪਟਨ ਦੇ ਰੈਜ਼ੀਡੈਂਟਸ ਲਈ ਖੜਾ ਹੋਇਆ ਕਿ ਨਹੀਂ ਖੜਾ ਹੋਇਆ? ਕਿ ਪੈਟਰਿਕ ਬਰਾਊਨ ਹਰ ਵੈਂਸਡੇ ਜਦੋਂ ਮੇਨ ਸਟ੍ਰੀਮ ਮੀਡੀਆ ਨੂੰ ਐਡਰੈਸ ਕਰਦਾ ਸੀ ਇੱਕ ਇੰਪ੍ਰੈਸ਼ਨ ਛੱਡ ਕੇ ਜਾਂਦਾ ਸੀ ਕਿ ਨਹੀਂ ਛੱਡ ਜਾਂਦਾ? ਦੇਖੋ, ਮੈਨੂੰ ਤਾਂ ਲੱਗਣ ਲੱਗ ਪਿਆ ਸੀ ਕਿ ਪੈਟਰਿਕ ਬਰਾਊਨ ਨੇ ਕੋਵਿਡ ਦੀ ਫਾਈਟ ਵਿੱਚ ਨੈਸ਼ਨਲ ਲੀਡ ਲੈ ਲਈ ਸੀ। ਨਿੱਕੀ ਜੀ ਨੇ ਕਿਹਾ ਕਿ ਪੈਟਰਿਕ ਬਰਾਊਨ ਬਾਹਰ ਦੇ ਆ, ਬੈਰੀ ਦੇ ਆ। ਪੈਟਰਿਕ ਬਰਾਊਨ ਨੇ ਕਿਹਾ ਕਿ ਇੱਕ ਹੈਮਿਲਟਨ ਦੇ ਆ, ਇੱਕ ਮਿਸਿਸਾਗਾ ਦੇ ਆ, ਤੇ ਇਹ ਵੀ ਬਾਹਰ ਦੇ ਆ। ਸੋ ਆ ਇੱਕ ਦੂਜੇ ਤੇ ਲੱਗਦੀ ਹੈ। ਸੋ ਕੀ ਮੈਟਰ ਕਰਦਾ ਹੈ ਕਿ ਕੋਈ ਕੈਂਡੀਡੇਟ ਬਾਹਰ ਦਾ, ਚਾਹੇ ਬੈਰੀ ਦਾ, ਚਾਹੇ ਹੈਮਿਲਟਨ ਦਾ, ਚਾਹੇ ਮਿਸਿਸਾਗਾ ਦਾ, ਬਰੈਂਪਟਨ ਦੇ ਮੇਅਰ ਲਈ ਲੜ ਰਿਹਾ? ਕੀ ਮੈਟਰ ਕਰਦਾ ਕਿ ਇਸ਼ੂਜ਼ ਔਰ ਮੁੱਦਿਆਂ ਤੇ, ਕਿਉਂਕਿ ਆ ਦੋਨਾਂ ਨੇ ਇੱਕ ਦੂਜੇ ਤੇ ਕਿਹਾ ਹੋਇਆ। ਵੱਡਾ ਮੁੱਦਾ ਇੱਕ ਜਾਂ 2 ਮੁੱਦੇ ਕਿਹੜੇ ਆ ਜਿਹਦੇ 'ਚ ਵੋਟਰ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਮੈਂ ਕਿਹਨੂੰ ਵੋਟ ਕਰਨੀ ਹੈ, ਕਿਉਂਕਿ ਵੋਟਰ ਟਰਨਆਊਟ ਲੋ ਸੀ? ਸਵਾਗਤ ਹੈ ਪ੍ਰਾਈਮ ਏਸ਼ੀਆ ਤੇ। ਪ੍ਰਾਈਮ ਇਲੈਕਸ਼ਨ ਬਰੈਂਪਟਨ ਵੋਟਸ 2022 ਦੇ ਅਗਲੇ ਐਪੀਸੋਡ 'ਚ ਸਾਰਿਆਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਸਪੈਸ਼ਲ ਗੈਸਟ ਮੌਜੂਦ ਹੈ ਬੌਬੀ ਸਿੱਧੂ, ਜਿਹੜੇ ਕਿ ਇੱਕ ਪੋਲੀਟੀਕਲ ਐਨਾਲਿਸਟ ਹੈ, ਜਿਹੜੀ ਤਿੱਖੀ ਨਜ਼ਰ ਰੱਖਦੇ ਆ ਸਿਆਸਤ ਤੇ, ਔਰ ਹਰ ਜੋ ਸਰਵੇ, ਜੋ ਰਿਵਿਊ, ਕੀ ਹੋਇਆ, ਕੀ ਹੋਣ ਵਾਲਾ ਹੈ, ਸੋ ਉਹਦਾ ਤੇ ਉਹਨਾਂ ਦੀ ਤਿੱਖੀ ਨਜ਼ਰ ਰਹਿੰਦੀ ਹੈ ਹਰ ਟਾਈਮ। ਅੱਜ ਦੀ ਡੇਟ 'ਚ ਬਰੈਂਪਟਨ ਦੇ ਅੰਦਰ ਜੋ ਪੋਲਿਟਿਕਸ ਹੈ ਬਹੁਤ ਜ਼ਿਆਦਾ ਗਰਮਾਈ ਹੋਈ ਹੈ। ਕੁਝ ਦਿਨ ਰਹਿ ਗਏ ਹੈ ਜਿਹੜੇ ਫਾਈਨਲ ਵੋਟਿੰਗ ਤੇ। ਸੋ ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ ਬੌਬੀ ਜੀ, ਸਵਾਗਤ ਹੈ ਪ੍ਰਾਈਮ ਏਸ਼ੀਆ। ਨਿਤਿਨ ਜੀ, ਥੈਂਕ ਯੂ ਵੈਰੀ ਮਚ, ਆਲਵੇਜ਼ ਅ ਪਲੇਜ਼ਰ। ਸ਼ੁਕਰੀਆ ਜੀ। ਬੌਬੀ ਜੀ, ਟੂ ਸਟਾਰਟ ਵਿਦ, ਸਭ ਤੋਂ ਪਹਿਲੇ ਕਿ ਐਡਵਾਂਸ ਵੋਟਿੰਗ ਦੇ ਦੋਨੋਂ ਰਾਊਂਡ ਹੋ ਚੁੱਕੇ ਹੈ, ਬਹੁਤ ਲੋ ਟਰਨ ਆਊਟ ਹੈ। ਟੋਰਾਂਟੋ 'ਚ ਦੇਖਿਆ ਤੇ 6% ਘੱਟ ਹੈ। ਸੋ ਸਰੀ ਦੇ ਵੀ ਰਿਜ਼ਲਟ ਆ ਚੁੱਕੇ ਹੈ, ਬ੍ਰਿਟਿਸ਼ ਕੋਲੰਬੀਆ ਦੇ। ਸਾਰੇ ਨੂੰ ਅਗਰ ਰਿਵਿਊ ਕਰੋ, ਲੋ ਵੋਟਰ ਟਰਨ ਆਊਟ ਕਿਉਂ ਰਹਿੰਦਾ ਹੈ? ਔਰ ਇਹ ਵੀ ਦੇਖਿਆ ਗਿਆ ਕਿ ਜਿਹੜੀ ਵਾਈਟ ਡੋਮੀਨੇਟਡ ਰਾਈਡਿੰਗਸ ਹੈ ਉੱਥੇ ਜ਼ਿਆਦਾ ਟਰਨ ਆਊਟ ਹੈ, ਪੰਜਾਬੀ ਡੋਮੀਨੇਟਡ ਰਾਈਡਿੰਗ 'ਚ ਘੱਟ ਟਰਨ ਆਊਟ ਹੈ। ਕੀ ਇਹਦਾ ਕਾਰਨ ਹੈ? ਨਿਤਿਨ ਜੀ, ਮੈਂ ਮੰਨਦਾ ਕਿ ਇਸ ਦਾ ਕਾਰਨ ਇਹ ਹੈਗਾ ਆ ਕਿ ਜਿਹੜਾ ਆਮ ਕਰਕੇ ਵੋਟਰ ਇਸ ਸਾਲ ਤਾਂ ਵੋਟਰ ਫਰਸਟ੍ਰੇਸ਼ਨ ਵੀ ਹੈਗੀ ਆ, ਫਟੀਗ, ਵੋਟਰ ਫਟੀਗ ਹੈਗੀ ਆ। ਕਾਰਨ ਇਹ ਹੈਗਾ, ਪਹਿਲਾਂ ਫੈਡਰਲ ਚੋਣਾਂ ਹੋਈਆਂ, ਫਿਰ ਮੈਂ ਮੰਨਦਾ ਬਰੈਂਪਟਨ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਨੂੰ ਵੀ ਬਰੈਂਪਟਨ ਦੇ ਵਿੱਚ ਹੀ ਕਰ ਲੈਂਦਾ ਵਾ, ਕਿਉਂਕਿ ਲੋਕਾਂ ਦਾ ਇੰਟਰਸਟ ਪੰਜਾਬ ਵਿੱਚ ਵੀ ਸੀਗਾ। ਫਿਰ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਈ ਆ, ਹੁਣ ਹੋ ਰਹੀ ਆ ਸਾਡੀ ਮਿਊਨਿਸਪਲ ਇਲੈਕਸ਼ਨ। ਪਰ ਵੈਸੇ ਵੀ ਹਿਸਟੋਰੀਕਲੀ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਵੋਟਰ ਟਰਨ ਆਊਟ ਘੱਟ ਹੁੰਦਾ ਆ। ਇੱਕ ਤਾਂ ਇਹ ਹੈਗਾ ਕਿਉਂਕਿ ਇਹਦੇ ਵਿੱਚ ਪਾਰਟੀ ਇਸ ਦੀ ਇਨਵੋਲਵਮੈਂਟ ਨਹੀਂ ਹੈਗੀ। ਸੋ ਜਿਹੜੇ ਨੇਮ ਰੈਕਗਨੀਸ਼ਨ ਤੇ ਆਧਾਰਿਤ ਇਲੈਕਸ਼ਨਸ ਹੁੰਦੀਆਂ, ਜ਼ਿਆਦਾਤਰ ਲੋਕ ਇਹ ਸਮਝਦੇ ਇਨਕੰਬੈਂਟ ਨੇ ਜਿੱਤੇ ਹੀ ਜਾਣਾ, ਤੇ ਹੁੰਦਾ ਵੀ ਇਸ ਤਰ੍ਹਾਂ ਹੀ ਆ। ਤੇ ਲੋਕਾਂ ਦਾ ਜਿਹੜਾ ਹੁੰਦਾ ਧਿਆਨ ਹੁੰਦਾ ਹੀ ਨਹੀਂਗਾ। ਤੇ ਇਸੇ ਅਨਲੈਸ ਕਿ ਇਲੈਕਸ਼ਨ ਦੇ ਵਿੱਚ ਬੜਾ ਹੀ ਕੋਈ ਫੈਕਟ ਹੋ ਗਿਆ ਕਿ 2-3 ਸਟਾਰ ਕੈਂਡੀਡੇਟ ਆ ਜਾਣ ਤੇ ਲੋਕਾਂ ਨੂੰ ਐਕਸਾਈਟ ਕਰ ਪਾਉਣ, ਤਾਂ ਟਰਨ ਆਊਟ ਵੱਧ ਸਕਦੀ ਆ। ਪਰ ਯੂਜੂਅਲੀ ਮੈਂ ਦੇਖਿਆ ਕਿ ਵੋਟਰ ਟਰਨ ਆਊਟ ਘੱਟ ਰਹਿੰਦੀ ਹੈ। ਅਨਫੋਰਚੂਨੇਟ ਹੈ, ਪਰ ਇਟਸ ਅ ਫੈਕਟ। ਠੀਕ ਹੈ। ਸੋ ਜਿਹੜੀ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰੀਏ, ਉੱਥੇ ਰਿਜ਼ਲਟ ਆ ਚੁੱਕੇ ਹੈ, ਉੱਥੇ ਦਾ ਕਿੱਦਾਂ ਰਿਵਿਊ ਕਰੋਗੇ ਤੁਸੀਂ? ਹਾਂਜੀ, ਦੇਖੋ ਉੱਥੇ ਵੀ ਵੋਟਰ ਟਰਨ ਆਊਟ ਤਾਂ ਥੋੜੀ ਸੀ 37% ਸੀ, ਇਫ ਆਮ ਨਾਟ ਰੋਂਗ। ਔਰ ਬ੍ਰੈਂਡਾ ਲੌਕ ਜਿਹੜੀ ਸਟਰੋਂਗ ਕੈਂਡੀਡੇਟ ਨਿਕਲ ਕੇ ਆਏ ਸਾਹਮਣੇ। ਹਾਂਜੀ, ਦੇਖੋ ਬ੍ਰੈਂਡਾ ਲੌਕ ਉੱਥੇ
ਤੇ ਮੈਕੈਲਮ ਜਿਹੜੇ ਸੀਗੇ ਪੁਰਾਣੇ ਮੇਅਰ ਉਹਨਾਂ ਵਿੱਚ ਅਸਲੀ ਟੱਕਰ ਸੀਗੀ। ਠੀਕ ਹੈ। ਤੇ ਜਿਹੜਾ ਏਜੰਟ ਉੱਥੇ ਮੇਨ ਇਸ਼ੂ ਵੀ ਸੀਗਾ ਇਫ ਆਮ ਨਾਟ ਰੋਂਗ, ਕਿਉਂਕਿ ਸਰੀ ਇਸ ਵੇਲੇ ਸਟੈਟਿਸਟਿਕਲੀ ਕ੍ਰਾਈਮ ਰੇਟ ਨੰਬਰ 1 ਇਨ ਕੈਨੇਡਾ ਸਰੀ ਦਾ। ਤੇ ਪੁਲਿਸਿੰਗ ਬਿਕੇਮ ਅ ਬਿਗ ਇਸ਼ੂ ਉੱਥੇ। ਠੀਕ ਹੈ। ਕਿ ਸਰੀ ਪੁਲਿਸ ਸਰਵਿਸਿਜ਼ ਬੋਰਡ ਜਿਹੜੀ ਹੈਗੀ ਆ ਉਹ ਉਹਨਾਂ ਨੇ ਆਪਣੀ ਪੁਲਿਸ ਫੋਰਸ ਕਰਨ ਜਾਂ ਆਰਸੀ ਵਰਸਸ ਆਰਸੀਐਮਪੀ, ਉਹ ਇੱਕ ਕਾਫੀ ਉੱਥੇ ਤੁਹਾਨੂੰ ਪਤਾ ਚਰਚਾ ਰਹੀ ਆ। ਪਰ ਇੱਕ ਗੱਲ ਦੀ ਮੈਨੂੰ ਨਿਤਿਨ ਜੀ ਉੱਥੇ ਪੋਜ਼ਿਟਿਵ ਜਿਹੜੀ ਨਜ਼ਰ ਆਈ ਆ, ਖਾਸ ਕਰਕੇ ਮੈਂ ਇਹ ਸਮਝਦਾ ਕਿ ਸਾਊਥ ਏਸ਼ੀਅਨ ਭਾਈਚਾਰੇ ਨੇ ਜਿਹੜੀ ਮੈਚੋਰਿਟੀ ਦਿਖਾਈ ਆ, ਉਹ ਇਹ ਹੈਗੀ ਆ ਕਿ ਅਕਸਰ ਸਾਡਾ ਭਾਈਚਾਰਾ ਨੂੰ ਇਹ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਮੈਂ ਪੰਜਾਬ ਦਾ ਪੁੱਤਰ ਆ, ਪੰਜਾਬ ਦੀ ਧੀ ਆ, ਮੈਂ ਇੰਡੀਆ ਤੋਂ ਆਈ ਆ, ਜਾਂ ਮੈਂ ਸਾਊਥ ਏਸ਼ੀਅਨ ਆ, ਮੇਰਾ ਆਹ ਰੰਗ ਆ, ਮੈਨੂੰ ਵੋਟ ਪਾਓ, ਮੈਂ ਆਹ ਭਾਸ਼ਾ ਬੋਲਦੀ ਆ। ਸਰੀ ਦੇ ਵਿੱਚ ਆਪਾਂ ਜਾਣਦੇ ਆ ਸਾਊਥ ਏਸ਼ੀਅਨ ਭਾਈਚਾਰਾ ਕਾਫੀ ਵੱਡੀ ਗਿਣਤੀ 'ਚ, ਪਰ ਸਰੀ ਦੇ ਲੋਕਾਂ ਨੇ, ਸਰੀ ਦਾ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ, ਉਹਨਾਂ ਨੇ ਆਪਣੇ ਆਪ ਨੂੰ ਇੱਕ ਵੱਖਰਾ ਸੈਗਮੈਂਟ ਨਹੀਂ ਉੱਥੇ ਬਣਾਇਆ। ਠੀਕ ਹੈ। ਦੇ ਐਕਟਡ ਲਾਈਕ ਦ ਮੇਨ ਸਟ੍ਰੀਮ। ਮਤਲਬ ਉਹਨਾਂ ਨੇ ਆ ਨਹੀਂ ਕੀਤਾ ਕਿ ਆਪਣਾ ਪੰਜਾਬੀ ਹੈ ਤੇ ਇਹਨੂੰ ਵੋਟ ਪਾਈਏ, ਉਹਨਾਂ ਨੇ ਰਾਈਟ ਕੈਂਡੀਡੇਟ ਜੋ ਵੀ ਹੋਵੇ, ਅਸੀਂ ਦੇਖੋ ਕਿਸੇ ਕੈਂਡੀਡੇਟ ਇੰਡੋਰਸ ਤਾਂ ਨਹੀਂ ਕਰਦੇ, ਪਰ ਜੋ ਉੱਥੇ ਮੰਨਿਆ ਜਾ ਰਿਹਾ ਸੀ, 2 ਫਰੰਟ ਰਨਰ ਆ ਜਿਨ੍ਹਾਂ ਦੇ ਵਿੱਚ ਸੀਗੀ, ਉਹਨਾਂ ਨੇ ਉਹੀ ਦੇਖ ਕੇ ਵੋਟ ਪਾਈ ਆ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਾਡੇ ਭਾਸ਼ਾ ਕੌਣ ਬੋਲਦਾ ਆ, ਸਾਡੇ ਉਹ ਗੱਲਾਂ ਤੋਂ ਉੱਪਰ ਉੱਠ ਕੇ। ਐਂਡ ਆਈ ਥਿੰਕ ਇਹ ਲਈ ਸਾਨੂੰ ਸਰੀ ਦੇ ਲੋਕਾਂ ਨੂੰ ਮੁਬਾਰਕ ਦੇਣੀ ਚਾਹੀਦੀ ਹੈ। ਵੈਰੀ ਪੋਜ਼ਿਟਿਵ। ਠੀਕ ਹੈ ਬੌਬੀ ਜੀ, ਕਮਿੰਗ ਟੂ ਦਾ ਬਰੈਂਪਟਨ ਪੋਲਿਟਿਕਸ ਨਾਓ, 3 ਮੇਅਰ ਕੈਂਡੀਡੇਟ ਜਿਨ੍ਹਾਂ ਦੇ ਮੇਨ ਫਾਈਟ ਹੈ, ਬਾਕੀ 2 ਇੰਨੇ ਰੇਸ 'ਚ ਨਹੀਂ ਹੈਗੇ, ਬਾਕੀ ਜਿਹੜੇ 3 ਹੈ। ਸੋ ਜਿਹੜੀ ਮੇਨ ਫਾਈਟ ਹੈ ਬੌਬ ਦੋਸਾਂਝ ਸਿੰਘ ਜਿਨ੍ਹਾਂ ਨੇ ਇੱਕ ਟਿਕਟੌਕ ਸਟਾਰ ਬਣ ਚੁੱਕੇ ਹੈ, ਨਿੱਕੀ ਕੌਰ ਜਿਹੜੇ ਕਿ ਬੜਾ ਐਗਰੈਸਿਵ ਕੈਂਪੇਨ ਆਪਣਾ ਰਨ ਕਰ ਰਹੇ ਹੈ, ਔਰ ਇਨਕਮਬੈਂਟ ਪੈਟਰਿਕ ਬਰਾਊਨ। ਤੁਸੀਂ ਇਹ ਤਿੰਨਾਂ ਦੀ ਰੇਸ ਨੂੰ ਕਿੱਦਾਂ ਦੇਖ ਰਹੇ ਹੋ? ਕਿਉਂਕਿ ਬਹੁਤ ਦੇਖਿਆ ਗਿਆ ਇੱਕ ਦੂਜੇ ਤੇ ਮਡ ਸਲਿੰਗਿੰਗ ਵੀ ਹੋ ਰਹੀ ਹੈ ਔਰ ਅਟੈਕਸ ਵੀ ਹੋ ਰਹੇ ਹੈ, ਕਿਉਂਕਿ ਇਨਕਮਬੈਂਟ ਤੇ ਹਮੇਸ਼ਾ ਅਟੈਕ ਹੁੰਦੇ ਆ। ਕਿੱਦਾਂ ਸਾਰੇ ਨੂੰ ਰਿਵਿਊ ਕਰੋਗੇ ਤੁਸੀਂ? ਦੇਖੋ ਨਿਤਿਨ ਜੀ, ਸਰੀ ਦੀ ਇਲੈਕਸ਼ਨ ਦੇ ਜਿਵੇਂ ਹੈ ਨਾ, ਲੋਕਾਂ ਨੂੰ ਚਰਚਾ ਸੀਗੀ ਕਿ ਬਹੁਤ ਨਾਮ ਨੇ, ਕੀ ਹੋਏਗਾ, ਰਿਜ਼ਲਟਸ ਵੀ ਨੋ ਵਾਟ ਹੈਪਨਡ। ਸੋ ਬਰੈਂਪਟਨ ਦੇ ਵਿੱਚ ਵੀ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਕਿ ਸਾਡੇ ਭਾਈਚਾਰੇ ਵਿੱਚ ਕੁਝ ਇੱਕ ਚਰਚਾਵਾਂ ਪੌਕਟਸ ਵਿੱਚ ਹੈਗੀਆਂ ਵਾ। ਠੀਕ ਹੈ। ਪਰ ਵੈਨ ਯੂ ਲੁੱਕ ਐਟ ਦ ਓਵਰਆਲ ਪਿਕਚਰ, ਆਈ ਥਿੰਕ ਸਭ ਨੂੰ ਹੀ ਪਤਾ ਕਿ ਪਰਸੀਵਡ ਫਰੰਟ ਰਨਰ ਕੌਣ ਆ। ਮੈਂ ਕੋਈ ਇੱਥੇ ਕਿਸੇ ਨੂੰ ਇੰਡੋਰਸ ਨਹੀਂ ਕਰਨਾ ਨਾ, ਮੈਂ ਆਈ ਥਿੰਕ ਇਟਸ ਨਾਟ ਗੁੱਡ ਕਿ ਮੈਂ ਕਿਸੇ ਨਾਮ ਵੀ ਲਵਾਂ, ਪਰ ਸਭ ਨੂੰ ਪਤਾ ਹੀ ਆ। ਹਾਂ, ਕੰਪੇਨ ਸਟਾਈਲ ਆਪਾਂ ਨੂੰ ਸਭ ਦੇ ਪਤਾ ਹੈ। ਪੈਟਰਿਕ ਬਰਾਊਨ ਉਹ ਆਪਣੇ ਰੈਕਡ ਤੇ ਲੜ ਰਹੇ ਆ, ਤੇ ਉਹਨਾਂ ਦਾ ਜਿਹੜਾ ਕੰਪੇਨ ਹੈਗਾ ਉਹ ਪੋਜ਼ਿਟਿਵਿਟੀ ਹੈ ਦੇ ਆਧਾਰ ਤੇ, ਕਿਸੇ ਦਾ ਅਟੈਕ ਨਹੀਂ ਹੈਗਾ। ਉਹਨਾਂ ਨੇ ਇਹ ਹੈ ਕਿ ਮੈਂ ਕੀ ਕੀਤਾ ਤੇ ਮੈਂ ਅਗਾਂਹ ਕੀ ਕਰਨਾ ਹੈ। ਠੀਕ ਹੈ। ਜਿਹੜੇ ਕਿ ਅਕਸਰ ਫਰੰਟ ਰਨਰ ਜਿਹੜੇ ਹੁੰਦੇ ਉਹ ਕਰਦੇ ਆ। ਤੁਸੀਂ ਪ੍ਰੋਵਿੰਸ਼ਲੀ ਡਗ ਫੋਰਡ ਦਾ ਦੇਖਿਆ ਹੀ ਹੋਏਗਾ, ਉਹਨਾਂ ਨੇ ਸਟੀਵਨ ਡੈਲ ਡੂਕਾ ਦਾ ਨਾਮ ਲੈਣਾ ਵੀ ਵਰਤ ਨਹੀਂ ਸਮਝਿਆ। ਜਸਟਿਨ ਟਰੂਡੋ ਐਰੋ ਟੂਲ ਦਾ ਨਾਂ ਹੀ ਨਹੀਂ ਸੀ ਲੈਂਦੇ, ਹੈ ਨਾ। ਇਹ ਜਿਹੜੇ ਫਰੰਟ ਰਨਰ ਹੁੰਦੇ ਉਹਦੀ ਸਟ੍ਰੈਟਜੀ ਹੁੰਦੀ ਹੈ। ਹਾਂ, ਨਿੱਕੀ ਕੌਰ ਅਗਰੈਸਿਵ ਐਂਡ ਨੈਗੇਟਿਵ, ਉਹ ਜਿੱਥੇ ਅਟੈਕ ਉਹਨਾਂ ਨੇ ਪੈਟਰਿਕ ਬਰਾਊਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਕਿਤੇ ਨਾ ਕਿਤੇ ਇਹ ਦੱਸਣ 'ਚ ਅਸਮਰੱਥ ਰਹਿੰਦੇ ਆ ਕਿ ਉਹਨਾਂ ਨੇ ਕੀ ਕਰਨਾ ਹੈ। ਠੀਕ ਹੈ। ਤੇ ਉਹਨਾਂ ਦਾ ਜਿਹੜਾ ਕੰਪੇਨ ਵੀ ਆ, ਮੈਂ ਅੱਜ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਸੋਸ਼ਲ ਮੀਡੀਆ ਤੇ ਵੀ, ਠੀਕ ਹੈ, ਉਹ ਲੱਗ ਰਿਹਾ ਕਿ ਇਟਸ ਫਾਈਟ ਬਿਟਵੀਨ ਪੈਟਰਿਕ ਬਰਾਊਨ ਐਂਡ ਨਿੱਕੀਜ਼ ਕੰਪੇਨ ਮੈਨੇਜਰ। ਅੱਛਾ। ਰੈਦਰ ਦੈਨ ਇਟਸ ਬਿਟਵੀਨ ਪੈਟਰਿਕ ਐਂਡ ਨਿੱਕੀ ਕੌਰ। ਠੀਕ ਹੈ। ਉਹ ਕਈ ਵਾਰ ਮੈਂ ਦੱਸਦਾ ਉਹਨਾਂ ਦੇ ਜਿਹੜੇ ਕੰਪੇਨ ਮੈਨੇਜਰ ਦੇ ਲਾਸਟ 22 ਟਵੀਟਸ ਜਿਹੜੇ ਆ, ਉਹ 'ਚ ਨਿੱਕੀ ਕੌਰ ਦਾ ਨਾਮ ਇੱਕ ਵਾਰੀ ਨਹੀਂ ਹੈਗਾ। ਠੀਕ ਹੈ। ਸੋ ਇਟਸ ਜਸਟ ਜੋਕਿੰਗ ਵਿਦ ਸਮਬਡੀ ਦਿਸ ਮਾਰਨਿੰਗ, ਹੈ ਨਾ। ਤੇ ਉਹ ਲੱਗਣ ਲੱਗ ਪਿਆ ਕਿ ਇਲੈਕਸ਼ਨ ਕਿਹਦੇ ਵਿੱਚ ਹੈਗੀ ਆ। ਫਿਰ ਗੱਲ ਬੌਬ ਦੋਸਾਂਝ ਤੇ ਆਈਏ। ਹਾਂਜੀ। ਆਈ ਹੈਵ ਟੂ ਸੇ ਦਿਸ ਫॉर ਨਾ, ਉਹਨਾਂ ਨੇ ਮੇਰੀ ਐਕਸਪੈਕਟੇਸ਼ਨਸ ਨੂੰ ਐਕਸੀਡ ਕੀਤਾ ਹੈ। ਆਈ ਨੈਵਰ ਥਾਟ ਹੀ ਵੁੱਡ ਰਨ ਸੱਚ ਅ ਗੁੱਡ ਐਂਡ ਡਿਫਰੈਂਟ ਕਾਈਂਡ ਆਫ ਕੈਂਪੇਨ। ਜਿਹੜਾ ਉਹਨਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਆ, ਜਿਸ ਤਰ੍ਹਾਂ ਉਹ ਹਾਊਸ ਹੋਲਡ ਨੇਮ ਬਣ ਗਿਆ। ਆਈ ਡੋਂਟ ਨੋ ਕਿ ਆਊਟਕਮ ਕੀ ਹੋਣਾ, ਪਰ ਬੌਬ ਦੋਸਾਂਝ has definitely become a celebrity। ਆਹ ਸਵਾਲ ਅਸੀਂ ਪੈਟਰਿਕ ਬਰਾਊਨ ਨੂੰ ਵੀ ਪੁੱਛਿਆ ਸੀਗਾ ਕਿ ਪੈਟਰਿਕ ਬਰਾਊਨ ਨੂੰ ਵੀ ਪੁੱਛਿਆ ਸੀਗਾ ਕਿ ਜੋ ਵੀ ਆਊਟਕਮ ਹੋਏ ਰਿਜ਼ਲਟਸ ਦਾ, ਲੇਕਿਨ ਬੌਬ ਦੋਸਾਂਝ ਸਿੰਘ ਜਿਸ ਹਿਸਾਬ ਨਾਲ ਉਹਨਾਂ ਨੇ ਕੈਂਪੇਨ ਚਲਾਇਆ, ਇੱਥੇ ਦੇ ਯੂਥ ਨੂੰ ਇੰਟਰਸਟ ਕਰਾਇਆ ਕਿ ਪੋਲਿਟਿਕਸ 'ਚ ਵੀ ਇੰਟਰਸਟ ਲੈ ਸਕਦੇ ਹੋ, ਦ ਵੇ ਕ੍ਰੀਏਟਿਵ ਵੇ। ਸੋ ਪੋਪੂਲੈਰਿਟੀ ਵੋਟ ਤਾਂ ਉਹਨਾਂ ਤੇ ਜਾਂਦੀ ਹੈ। ਜੀ। ਤੇ ਮੈਂ ਨਿਤਿਨ ਜੀ ਮੰਨਦਾ ਆ ਕਿ ਉਹਨਾਂ ਦੀ ਟੋਟਲ ਵੋਟ ਹੋਣੀ ਹੈ ਨਾ, ਹੀਲ ਸਰਪ੍ਰਾਈਜ਼, ਕਿਉਂਕਿ ਮੈਂ ਬਹੁਤ ਲੋਕਾਂ ਨੂੰ ਜਾਣਦਾ ਆ ਜਿਹੜੇ ਕਹਿ ਰਹੇ ਆ ਕਿ ਉਹਨਾਂ ਦੇ ਘਰ ਦੇ ਇੱਕ ਅੱਧਾ ਜੀਵ ਬੌਬ ਸਾਨੂੰ ਵੋਟ ਪਾਇਆ ਹੈ। ਸੋ ਸਰਪ੍ਰਾਈਜ਼ ਹੋਊਗਾ ਇਲੈਕਸ਼ਨ। ਆਈ ਥਿੰਕ ਉਹਨਾਂ ਦਾ ਜਿਹੜਾ ਹੈਗਾ ਆ, ਹੀ ਹੈਜ਼ ਦੀ ਐਬਿਲਿਟੀ ਕਿ ਜੋ ਉਹਨਾਂ ਤੋਂ ਐਕਸਪੈਕਟੇਸ਼ਨਸ ਤੇ ਉਹਨੂੰ ਆਊਟ ਪਰਫਾਰਮ ਕਰ ਜਾਣ। ਠੀਕ ਹੈ। ਬੌਬੀ ਜੀ, ਇਸ਼ੂਜ਼ ਤੇ ਗੱਲ ਕਰ ਲਈਏ ਕਿ ਪਿਛਲੇ 1.5 ਸਾਲ 2 ਸਾਲ ਸਿਟੀ ਹਾਲ ਦੇ ਅੰਦਰ ਅਸੀਂ ਦੇਖਿਆ ਕੀ ਹੋਇਆ।
ਡਿਵੀਜ਼ਨ ਹੋਈ, ਅਸੀਂ ਸਾਰੇ ਕੈਂਡੀਡੇਟਸ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਸਵਾਲ ਪੁੱਛੇ। ਅਸੀਂ ਨਿੱਕੀ ਜੀ ਨੂੰ ਵੀ ਸਵਾਲ ਪੁੱਛਿਆ ਕਿ ਤੁਹਾਡਾ ਫੋਨ ਕਿਉਂ ਡੈਮੇਜ ਸੀਗਾ, ਜਿਹੜੀ ਇਨਵੈਸਟੀਗੇਸ਼ਨ ਹੋਈ ਉਹਦੇ ਤੇ $1 ਮਿਲੀਅਨ ਦੇ ਅਪਰੋਕਸੀਮੇਟ ਕਾਸਟ ਆਈ। ਅਸੀਂ ਪੈਟਰਿਕ ਬਰਾਊਨ ਨੂੰ ਵੀ ਪੁੱਛਿਆ ਕਿ ਜਿਹੜੀ ਐਲੀਗੇਸ਼ਨਸ ਲੱਗੀਆਂ ਬਰੈਂਪਟਨ ਯੂ ਦੀ ਜਿਹੜੀ ਗੱਲ ਹੈ, ਜਿਹੜੀ ਯੂਨੀਵਰਸਿਟੀ ਗਰਲਸ ਦੀ ਗੱਲ ਹੈ, ਜਿਹੜਾ ਕ੍ਰਾਈਮ ਰੇਟ ਤੇ ਗੱਲ ਹੈ, ਜਿਹੜੀ ਡਿਵਾਈਸਿਵ ਦੀ ਪੋਲਿਟਿਕਸ ਦੀ ਗੱਲ ਹੈ, ਜਿਹੜੀ ਰੀਨੇਮਿੰਗ ਆਫ ਪਾਰਕਸ ਹੈ, ਉਹ ਵੀ ਪੁੱਛਿਆ। ਬੌਬ ਸਿੰਘ ਦੋਸਾਂਝ ਨੂੰ ਵੀ ਪੁੱਛਿਆ। ਤੁਸੀਂ ਕਿੱਦਾਂ ਦੱਸਦੇ ਹੋ ਕਿ ਜਿਹੜੀ ਕੰਟਰੋਵਰਸੀਜ਼ 'ਚ ਔਰ ਪੈਟਰਿਕ ਬਰਾਊਨ ਨੂੰ ਹੁਣ ਕੈਂਪੇਨ ਕਹਿੰਦੇ ਕਿ ਹੀ ਇਜ਼ ਅ ਰਿਜੈਕਟਡ ਲੀਡਰ, ਤੁਸੀਂ ਕੀ ਜਵਾਬ ਦੋਗੇ ਉਹਦਾ? ਇਜ਼ ਹੀ ਅ ਰਿਜੈਕਟਡ ਲੀਡਰ ਨਾਓ? ਦੇਖੋ ਨਿਤਿਨ ਜੀ, ਪਹਿਲੀ ਤਾਂ ਗੱਲ ਜਦੋਂ ਇਨਵੈਸਟੀਗੇਸ਼ਨ ਦਾ ਆ ਜਾਵੇ, ਆਈ ਆਲਵੇਜ਼ ਬਿਲੀਵ ਕਿ ਟਰਾਂਸਪੇਰੈਂਸੀ ਚਾਹੀਦੀ ਹੈ। ਠੀਕ ਹੈ। ਤੇ ਇਨਵੈਸਟੀਗੇਸ਼ਨ ਜੋ ਉਸ ਨਵੀਂ ਕਾਉਂਸਲ ਜਿਹੜੀ ਵੀ ਬਣੇ, ਦੇ ਸ਼ੁੱਡ ਡੈਫੀਨਿਟਲੀ ਬਿਕਮ ਮੋਰ ਟਰਾਂਸਪੇਰੈਂਟ। ਮੈਂ ਉਹਦਾ ਸਪੋਰਟਰ ਹੈਗਾ ਆ। ਠੀਕ ਹੈ। ਫਿਰ ਅਗਰ ਗੱਲ ਕਰੀਏ ਪੈਟਰਿਕ ਬਰਾਊਨ ਕੀ ਰਿਜੈਕਟਡ ਆ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ। ਠੀਕ ਹੈ। ਇਹਦਾ ਰੀਜ਼ਨ ਹੈ, ਲੋਕ ਕਹਿੰਦੇ ਆ ਜੀ ਉਹ ਪਹਿਲਾਂ ਲੀਡਰ ਸੀਗੇ ਪਾਰਟੀ ਦੇ, ਫਿਰ ਪਾਸੇ ਕਰ ਦਿੱਤਾ ਗਿਆ, ਫਿਰ ਇਲੈਕਸ਼ਨ ਲੜ ਰਹੇ ਸੀਗੇ। ਦੇਖੋ ਜਦੋਂ ਪਾਰਟੀ ਲੀਡਰ ਸੀਗੇ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਵੈਨ ਬਿਕੇਮ ਪੀਸੀ ਲੀਡਰ, ਉਹਨਾਂ ਨੇ ਅੱਜ ਤੱਕ ਪੀਸੀ ਦੀ ਹਿਸਟਰੀ ਵਿੱਚ ਸਭ ਤੋਂ ਵੱਧ ਫੰਡ ਰੇਜ਼ ਕੀਤਾ। ਠੀਕ ਹੈ। ਨੋਬਡੀ ਹੈਜ਼ ਮੈਚਡ ਇਟ। ਦੂਜੀ ਗੱਲ, ਇੱਕ ਸਕਾਰਬਰੋ ਦੀ ਰਾਈਡਿੰਗ ਤੇ ਇੱਕ ਸੂ ਸਾਲਟ ਮਰੀ ਦੀ ਰਾਈਡਿੰਗ, ਵੈਨ ਹੀ ਵਾਜ਼ ਲੀਡਰ, ਕੰਜ਼ਰਵੇਟਿਵਸ ਪਤਾ ਨਹੀਂ ਕਿਹੜੇ 40 ਸਾਲਾਂ ਤੋਂ ਨਹੀਂ ਜਿੱਤੇ, ਬਟ ਹੀ ਵਨ ਦੋਜ਼ ਰਾਈਡਿੰਗਸ ਐਜ਼ ਅ ਲੀਡਰ। ਠੀਕ ਹੈ। ਹਾਂ, ਫਿਰ ਇੱਕ ਕੰਟਰੋਵਰਸੀ ਆਈ, ਤੇ ਮੈਂ ਮੰਨਦਾ ਕਿ ਇਹ ਪੋਲੀਟੀਸ਼ੀਅਨ ਲਈ ਇੱਕ ਚੰਗੀ ਗੱਲ ਹੈ, ਜਦੋਂ ਕੋਈ ਐਲੀਗੇਸ਼ਨ ਲੱਗਣ ਆਪਣਾ ਨਾਮ ਕਲੀਅਰ ਕਰਨ ਲਈ ਦੇ ਸ਼ੁੱਡ ਸਟੈਪ ਅਸਾਈਡ। ਠੀਕ ਹੈ। ਉਹਨਾਂ ਨੇ ਆਪਣੇ ਆਪ ਨੂੰ ਸਟੈਪ ਅਸਾਈਡ ਕੀਤਾ, ਆਪਣਾ ਨਾਮ ਕਲੀਅਰ ਕੀਤਾ, ਉਹ ਮੀਡੀਆ ਆਊਟਲੈਟ ਨੇ ਉਹਨਾਂ ਕੋਲ ਮਾਫੀ ਮੰਗੀ। ਠੀਕ ਹੈ। ਬਟ ਹੀ ਇਜ਼ ਬੈਕ ਇਨ ਦ ਗੇਮ। ਰਹੀ ਗੱਲ ਲੀਡਰਸ਼ਿਪ ਰੇਸ ਦੀ ਹੁਣ ਫੈਡਰਲੀ, ਇਹ ਨੋਨ ਫੈਕਟ ਆ ਕਿ ਪਾਰਟੀ ਐਸਟੈਬਲਿਸ਼ਮੈਂਟ ਹੈਡ ਅ ਪ੍ਰੈਫਰਡ ਕੈਂਡੀਡੇਟ। ਇਹ ਆਪਾਂ ਨੋਮੀਨੇਸ਼ਨ 'ਚ ਵੀ ਦੇਖਦੇ ਹਾਂ, ਅਗਰ ਪਾਰਟੀ ਐਜ਼ ਅ ਪ੍ਰੈਫਰਡ ਕੈਂਡੀਡੇਟ ਦੇ ਫਾਈਂਡ ਅ ਵੇ ਕਿ ਦੂਜੇ ਨੂੰ ਪਾਸੇ ਕਿਵੇਂ ਕਰਨਾ। ਸੋ ਉਹ ਇੱਕ ਇੰਟਰਨਲ ਪਾਰਟੀ ਗੱਲ ਸੀਗੀ। ਗੱਲ ਰਿਜੈਕਟ, ਅਗਰ ਆਪਾਂ ਰਿਜੈਕਸ਼ਨ ਦੀ ਗੱਲ ਕਰਦੇ ਹਾਂ, ਰਾਜਨੀਤੀ 'ਚ ਰਿਜੈਕਸ਼ਨ ਹੁੰਦੀ ਆ ਜੇ ਲੋਕ ਤੁਹਾਨੂੰ ਰਿਜੈਕਟ ਕਰਨ ਅਗਰ ਤੁਸੀਂ ਇਲੈਕਸ਼ਨ ਹਾਰੋ। ਠੀਕ ਹੈ। ਦੇਖੋ ਨਿੱਕੀ ਕੌਰ ਜੀ ਨੇ 3 ਇਲੈਕਸ਼ਨਾਂ ਲੜੀਆਂ ਆ, 2 ਨੋਮੀਨੇਸ਼ਨ ਲੜੀਆਂ, ਇੱਕ ਬਤੌਰ ਕੈਂਡੀਡੇਟ ਹੈਮਿਲਟਨ ਸਟੋਨੀ ਕ੍ਰੀਕ ਜਾ ਕੇ ਲੜੀ ਆ, ਤੇ 3 'ਚ ਹਾਰੇ ਆ। ਪਰ ਮੈਂ ਫਿਰ ਵੀ ਨਹੀਂ ਕਹੂੰਗਾ, ਕਿਉਂਕਿ ਮੌਕਾ ਆ। ਕਈ ਵਾਰੀ ਅਬਰਾਹਮ ਲਿੰਕਨ ਪਹਿਲਾਂ ਇਲੈਕਸ਼ਨ ਹਾਰੇ ਸੀ, ਜਿੱਤਦੇ ਰਹੇ, ਤੇ ਬਹੁਤ ਬੜੇ ਐਗਜ਼ਾਮਪਲ ਨੇ। ਅਗਰ ਆਪਾਂ ਰਿਜੈਕਸ਼ਨ ਦੀ ਗੱਲ ਕਰਨੀ ਆ, ਬੌਨੀ ਕਰੋਂਬੀ ਬਤੌਰ ਮੇਅਰ ਸੀਗੇ, ਮੇਅਰ ਜਿਹੜੇ ਮਿਸਾਗਾ MP ਹੁੰਦੇ ਸੀ, MP ਦੀ ਇਲੈਕਸ਼ਨ ਹਾਰੇ, ਸ਼ੀ ਬਿਕੇਮ ਅ ਮੇਅਰ। ਠੀਕ ਹੈ। ਜੌਨ ਟੋਰੀ ਵਾਜ਼ ਅ ਪਾਰਟੀ ਲੀਡਰ। ਠੀਕ ਹੈ। ਤੇ ਬਤੌਰ ਪਾਰਟੀ ਲੀਡਰ ਨਿਤਿਨ ਜੀ ਇਲੈਕਸ਼ਨ ਹਾਰ ਗਏ, ਆਪਣੀ ਰਾਈਡਿੰਗ ਹੀ ਹਾਰ ਗਏ। ਕੀ ਉਹ ਰਿਜੈਕਟਡ ਲੀਡਰ ਹੈ? ਡਗ ਫੋਰਡ ਮੇਅਰ ਦੀ ਇਲੈਕਸ਼ਨ ਹਾਰ ਗਏ, ਅੱਜ ਪ੍ਰੀਮੀਅਰ ਹੈ, ਕੀ ਉਹ ਰਿਜੈਕਟਡ ਲੀਡਰ ਹੈ? ਸੋ ਇਹ ਤਰਕ ਕੀ ਰਿਜੈਕਟਡ ਆ, ਆਈ ਫਾਈਂਡ ਇਟ ਲਾਫੇਬਲ, ਮੈਨੂੰ ਹਾਸਾ ਆਉਂਦਾ ਹੈ। ਠੀਕ ਹੈ। ਸੋ ਇਸ਼ੂ ਹੋਣਾ ਚਾਹੀਦਾ ਕੀ ਕੰਮ ਕੀਤਾ, ਕੀ ਆਪਾਂ ਕਰਾਂਗੇ। ਸੋ ਇਨਸਟੈਡ ਆਫ ਮਡ ਸਲਿੰਗਿੰਗ ਜਿਹੜੀ ਚੱਲਦੀ ਹੈ, ਤੇ ਅਸੀਂ ਕੀ ਕਰਾਂਗੇ, ਸਾਡਾ ਵਿਜ਼ਨ ਕੀ ਹੈ, ਆ ਇਸ਼ੂ ਹੋਣਾ ਚਾਹੀਦਾ। ਆਈ ਅਗਰੀ ਕਿ ਕਹਿੰਦੇ ਹੁੰਦੇ ਜਿਹੜਾ ਤੁਸੀਂ ਕਹਿੰਦੇ ਹੁੰਦੇ, ਹਾਂ ਇਨਕੰਬੈਂਟ ਦੇ ਰੈਕਡ ਨੂੰ ਜਿਹਨਾਂ ਦੇ ਓਪੋਨੈਂਟਸ ਨੇ ਅਟੈਕ ਕਰਨਾ ਹੁੰਦਾ, ਇਟਸ ਪਾਰਟ ਆਫ ਪੋਲਿਟਿਕਸ, ਐਂਡ ਇਨਕੰਬੈਂਟ ਨੂੰ ਲਈ ਤਿਆਰ ਹੋਣਾ ਚਾਹੀਦਾ ਵੀ ਹੈ। ਠੀਕ ਹੈ। ਪਰ ਜਿਹੜਾ ਤੁਹਾਡਾ ਆਪੋਜੀਸ਼ਨ ਹੈਗੀ ਆ, ਦੇ ਕੈਨੋਟ ਰਿਲਾਈ ਸੋਲਲੀ ਕਿ ਮੈਂ ਅਟੈਕ ਕਰਨਾ ਹੈ, ਉਹਨਾਂ ਨੂੰ ਆਪਣਾ ਵੀ ਕੁਝ ਏਜੰਡਾ ਫੇਸ ਕਰਨਾ ਪਏਗਾ। ਬੋਬੀ ਜੀ, ਸਵਾਲ ਹੈ ਕਿ ਜਦ ਪੈਟਰਿਕ ਬਰਾਊਨ ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ 'ਚ ਗਏ, ਤੇ ਉਹਨਾਂ ਨੇ ਕਿਹਾ ਸੀਗਾ, ਮੈਂ ਉਸ ਤੋਂ ਪਹਿਲੇ ਉਹਨਾਂ ਨੇ ਕਿਹਾ ਸੀ ਮੈਂ ਬਰੈਂਪਟਨ ਦਾ ਮੇਅਰ ਹਾਂ, ਮੈਂ ਇੱਥੇ ਲੌਂਗ ਟਰਮ ਕੱਟਾਂਗਾ। ਉਹਦੇ ਬਾਅਦ ਉਹ ਓਪਰਚੁਨਿਟੀ ਆਈ, ਉਹ ਰੇਸ 'ਚ ਚਲੇ ਗਏ। ਫਿਰ ਉਹਨਾਂ ਦਾ ਸੀਗਾ ਕਿ ਮੈਂ ਫੈਡਰਲ 'ਚ ਜਾ ਕੇ ਬਰੈਂਪਟਨ ਦੀ ਮਦਦ ਕਰਾਂਗਾ। ਸੋ ਸਵਾਲ ਹੈ ਕਿ 4 ਸਾਲਾਂ 'ਚ ਕੀ ਕੋਈ ਕੰਮ ਹੋਏ? ਕਿਉਂਕਿ ਜਿਹੜੇ ਆਪੋਜੀਸ਼ਨ ਕਹਿੰਦੇ ਆ ਕਿ ਇੰਨੀ ਕੰਟਰੋਵਰਸੀਜ਼ ਜਾਂ ਅਟੈਕ ਜਾਂ ਕੰਮ, ਪੈਟਰਿਕ ਬਰਾਊਨ ਨੇ ਆਪਣੀ ਇੱਕ ਲਿਸਟ ਦਿੱਤੀ ਹੈ ਅਕੰਪਲਿਸ਼ਮੈਂਟਸ ਦੀ, ਚਾਹੇ ਕ੍ਰਿਕਟ ਤੇ ਕੰਮ ਕੀਤਾ, ਚਾਹੇ ਉਹਨਾਂ ਨੇ ਰਿਲੀਜੀਅਸ ਬਿੱਲ ਤੇ ਕੰਮ ਕੀਤਾ। ਤੁਹਾਨੂੰ ਕੀ ਲੱਗਦਾ 4 ਸਾਲਾਂ ਦਾ ਟੈਨਿਓਰ ਤੁਸੀਂ ਕਿੱਦਾਂ ਉਹਨਾਂ ਦਾ ਇਵੈਲੂਏਟ ਕਰੋਗੇ? ਦੇਖੋ ਨਿਤਿਨ ਜੀ, ਮੈਂ ਮੰਨਦਾ ਕਿ ਜਿਹੜੀ ਕੁਛ ਇੱਕ ਚੀਜ਼ਾਂ ਹੋਣੀਆਂ ਚਾਹੀਦੀ ਸੀ, ਨਹੀਂ ਹੋਈਆਂ। ਠੀਕ ਹੈ। ਪਰ ਮੈਂ ਆਪਣੇ ਅਜੇ ਦਰਸ਼ਕ 'ਚ ਸਾਡੇ ਹੈਗੇ ਆ, ਵਾਚ ਕਰ ਰਹੇ ਸਾਨੂੰ, ਮੈਂ ਉਹਨਾਂ ਕੋਈ ਪੁੱਛਦਾ ਵਾਂ ਕਿ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਕੀ ਸੀਗਾ। ਠੀਕ ਹੈ। ਮੇਰੇ ਹਿਸਾਬ ਨਾਲ ਕੱਲਾ ਬਰੈਂਪਟਨ ਦਾ ਨਹੀਂ, ਕੈਨੇਡਾ, ਅੰਟੇਰੀਓ, ਮਿਸਾਗਾ, ਟੋਰਾਂਟੋ ਦਾ, ਉਹ ਸੀ ਪੈਂਡੈਮਿਕ ਨੂੰ ਹੈਂਡਲ ਕਿਵੇਂ ਕਰਨਾ। ਬਿਲਕੁਲ। ਸੋ ਮੈਂ ਆਪਣੇ ਦਰਸ਼ਕਾਂ ਨੂੰ ਵੀ ਪੁੱਛਦਾ ਵਾਂ ਕਿ ਕੀ ਪੈਟਰਿਕ ਬਰਾਊਨ ਕੋਵਿਡ ਦਾ ਜੋ ਦੌਰ ਸੀ, ਜਦੋਂ ਹਰ ਇੱਕ ਮੇਨ ਸਟ੍ਰੀਮ ਮੀਡੀਆ ਅਟੈਕ ਕਰ ਰਿਹਾ ਸੀ ਕਿ ਬਰੈਂਪਟਨ ਅਨਟੱਚੇਬਲ ਆ, ਬਰੈਂਪਟਨ ਦੇ ਵਿੱਚ ਕੇਸ ਬਹੁਤ ਵੱਧ ਰਹੇ, ਕੀ ਪੈਟਰਿਕ ਨੇ ਬਰੈਂਪਟਨ ਦੇ ਰੈਜ਼ੀਡੈਂਟਸ ਨੂੰ ਡਿਫੈਂਡ ਕੀਤਾ ਕਿ ਨਹੀਂ ਕੀਤਾ? ਕੀ ਪੈਟਰਿਕ ਬਰਾਊਨ ਬਰੈਂਪਟਨ ਦੇ ਰੈਜ਼ੀਡੈਂਟਸ ਲਈ ਖੜਾ ਹੋਇਆ ਕਿ ਨਹੀਂ ਖੜਾ ਹੋਇਆ? ਕਿ ਉਹਨੇ ਇਹ ਲੋਕਾਂ ਨੂੰ ਸਮਝਾਇਆ ਕਿ ਨਹੀਂ ਸਮਝਾਇਆ ਕਿ ਬਰੈਂਪਟਨ ਜੇ ਰੁਕ ਗਿਆ ਤਾਂ ਪੂਰਾ ਦੇਸ਼ ਰੁਕ ਜਾਏਗਾ? ਕਿ ਪੈਟਰਿਕ ਬਰਾਊਨ ਹਰ ਵੈਂਸਡੇ ਜਦੋਂ ਮੇਨ ਸਟ੍ਰੀਮ ਮੀਡੀਆ ਨੂੰ ਐਡਰੈਸ ਕਰਦਾ ਸੀ, ਇੱਕ ਇੰਪ੍ਰੈਸ਼ਨ ਛੱਡ ਕੇ ਜਾਂਦਾ ਸੀ ਕਿ ਨਹੀਂ ਛੱਡ ਜਾਂਦਾ ਸੀ? ਦੇਖੋ ਮੈਨੂੰ ਤਾਂ ਲੱਗਣ ਲੱਗ ਪਿਆ ਸੀ ਕਿ ਪੈਟਰਿਕ ਬਰਾਊਨ ਨੇ ਕੋਵਿਡ ਦੀ ਫਾਈਟ ਵਿੱਚ ਨੈਸ਼ਨਲ ਲੀਡ ਲੈ ਲਈ ਸੀਗੀ। ਠੀਕ ਹੈ। ਹੀ ਬਿਕੇਮ ਦ ਫੇਸ ਅਗੇਂਸਟ ਪੈਂਡੈਮਿਕ, ਔਰ ਹਰ ਹਫਤੇ ਪ੍ਰਾਈਮ ਏਸ਼ੀਆ ਉਸ ਉਹਦੇ ਚ ਜਾਂਦਾ ਰਿਹਾ। ਬਿਲਕੁਲ, ਹਾਂਜੀ। ਸੋ ਇਹ ਲੈਟਸ ਨਾਟ ਫੋਰਗੇਟ ਕਿ ਪਿਛਲੇ ਜਿਹੜਾ ਟੈਨਿਅਰ ਸੀਗਾ, ਇਟ ਵਾਸ ਨਾਟ ਨਾਰਮਲ ਟੈਨਿਅਰ। ਬਹੁਤ ਸਰਕਾਰਾਂ ਦੇ ਕੰਮ ਪੈਂਡਿੰਗ ਰਹਿ ਗਏ ਆ। ਠੀਕ ਹੈ।
ਚਾਹੇ ਉਹ ਫੈਡਰਲ ਆ ਚਾਹੇ ਪ੍ਰੋਵਿੰਸ਼ੀਅਲ ਆ, ਕਿਉਂਕਿ ਪਿਛਲੇ 4 ਸਾਲਾਂ ਵਿੱਚ ਸਭ ਤੋਂ ਵੱਧ ਜਿਹੜੀ ਲੀਡਰਸ਼ਿਪ ਦੀ ਲੋੜ ਸੀਗੀ ਉਹ ਸੀ ਲੋਕਾਂ ਦੀ ਜਾਨ ਬਚਾਉਣੀ, ਠੀਕ ਹੈ। ਪੈਂਡੈਮਿਕ ਨੂੰ ਹੈਂਡਲ ਕਰਨਾ। ਐਂਡ ਮੇਰੀ ਪਰਸਨਲ ਓਪੀਨੀਅਨ ਪੈਟਰਿਕ ਡਿਡ ਅ ਵੰਡਰਫੁਲ ਜੌਬ। ਠੀਕ ਹੈ। ਨਿੱਕੀ ਜੀ ਨੇ ਕਿਹਾ ਕਿ ਪੈਟਰਿਕ ਬਰਾਊਨ ਬਾਹਰ ਦੇ ਹੈ, ਬੈਰੀ ਦੇ ਹੈ। ਪੈਟਰਿਕ ਬਰਾਊਨ ਨੇ ਕਿਹਾ ਕਿ ਇੱਕ ਹੈਮਿਲਟਨ ਦੇ ਹੈ, ਇੱਕ ਮਿਸਿਸਾਗਾ ਤੇ ਹੈ, ਤੇ ਇਹ ਵੀ ਬਾਹਰ ਦੇ ਹੈ। ਸੋ ਆ ਇੱਕ ਦੂਜੇ ਤੇ ਲੱਗਦੀ ਹੈ। ਸੋ ਕੀ ਮੈਟਰ ਕਰਦਾ ਹੈ ਕਿ ਕੋਈ ਕੈਂਡੀਡੇਟ ਬਾਹਰ ਦਾ, ਚਾਹੇ ਬੈਰੀ ਦਾ, ਚਾਹੇ ਹੈਮਿਲਟਨ ਦਾ, ਚਾਹੇ ਮਿਸਿਸਾਗਾ ਦਾ, ਬਰੈਂਪਟਨ ਦੇ ਮੇਅਰ ਲਈ ਲੜ ਰਿਹਾ, ਕੀ ਮੈਟਰ ਕਰਦਾ ਕਿ ਇਸ਼ੂਜ਼ ਔਰ ਮੁੱਦਿਆਂ ਤੇ ਕਿਉਂਕਿ ਆ ਦੋਨਾਂ ਨੇ ਇੱਕ ਦੂਜੇ ਤੇ ਕਿਹਾ ਹੋਇਆ। ਦੇਖੋ ਐਟ ਪ੍ਰੈਜ਼ੈਂਟ ਕਿੱਥੇ ਰਹਿੰਦਾ ਦੈਟ ਮੈਟਰਸ। ਪ੍ਰੈਜ਼ੈਂਟ ਸਾਰੇ ਤਿੰਨੋਂ ਹੀ ਬਰੈਂਪਟਨ ਰਹਿ ਰਹੇ ਆ, ਹਾਂ, ਪਰ ਤਿੰਨਾਂ ਦੀ ਹਿਸਟਰੀ ਹੈਗੀ ਹੈ, ਤਿੰਨੋਂ ਬਾਹਰ ਵੀ ਰਹਿੰਦੇ ਰਹੇ। ਸੋ ਆ ਐਲੀਗੇਸ਼ਨ ਬੰਦ ਹੀ ਨਹੀਂ। ਮੈਂ ਇਸ ਐਲੀਗੇਸ਼ਨ ਨੂੰ ਸਮਝਦਾ ਕਿ ਉਹ ਇੱਕ ਦੂਜੇ ਦੀ ਕਮਜ਼ੋਰੀ ਹੀ ਦਿਖਾਉਂਦੇ ਆ, ਉਹ ਤਿੰਨਾਂ ਦੇ ਵਿੱਚ ਹੀ ਇਹੋ ਜਿਹੇ ਦੇ ਹੈਵ ਅ ਹਿਸਟਰੀ, ਬਟ ਐਟ ਪ੍ਰੈਜ਼ੈਂਟ ਤਿੰਨੋਂ ਬਰੈਂਪਟਨ ਰਹਿੰਦੇ ਆ, ਦੈਟਸ ਗੁੱਡ ਇਨਫ ਆਈ ਗੈਸ। ਸੋ ਆ ਇਲੈਕਸ਼ਨ ਦੇ ਅੰਦਰ ਤੁਹਾਨੂੰ ਕੀ ਲੱਗਦਾ ਵੱਡਾ ਮੁੱਦਾ ਇੱਕ ਜਾਂ ਦੋ ਮੁੱਦੇ ਕਿਹੜੇ ਆ ਜਿਹਦੇ 'ਚ ਵੋਟਰ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਮੈਂ ਕਿਹਨੂੰ ਵੋਟ ਕਰਨੀ ਹੈ, ਕਿਉਂਕਿ ਵੋਟਰ ਟਰਨਆਊਟ ਲੋ ਸੀਗਾ, 24 ਤਰੀਕ ਨੂੰ ਬਾਕੀਆਂ ਨੇ ਵੋਟ ਪਾਣੀ ਹੈ। ਦੇਖੋ ਮੈਂ ਤਾਂ ਫਿਰ ਕਹਿੰਦਾ ਆ, ਪਹਿਲਾਂ ਤਾਂ ਮੇਰੇ ਹਿਸਾਬ ਨਾਲ ਪਹਿਲਾਂ ਤਾਂ ਇਹ ਹੈਗਾ ਕਿ ਜਿਹੜਾ ਪੈਟਰਿਕ ਬਰਾਊਨ ਕਿ ਬਤੌਰ ਜਦੋਂ ਪੈਂਡੈਮਿਕ ਜੋ ਸਾਡੀ ਲਾਈਫ ਦਾ ਪਿਛਲੇ ਸੈਂਚੁਰੀ ਦਾ ਸਭ ਤੋਂ ਵੱਡਾ ਸੰਕਟ ਸੀਗਾ, ਹਾਊ ਡਿਡ ਹੀ ਹੈਂਡਲ ਦੈਟ ਸ਼ੁੱਡ ਬੀ ਸਭ ਤੋਂ ਪਹਿਲਾਂ ਤੁਹਾਡਾ ਉਹ ਹਰ ਬੰਦੇ ਦਾ ਚਾਹੀਦਾ ਵਾ। ਠੀਕ ਹੈ ਕਿ ਬਰੈਂਪਟਨ ਦੀ ਜੋ ਰੈਪੂਟੇਸ਼ਨ ਖਰਾਬ ਹੋ ਰਹੀ ਸੀ ਉਹਨੇ ਕਿਸ ਤਰ੍ਹਾਂ ਡਿਫੈਂਡ ਕੀਤਾ, ਦੈਟਸ ਵੈਰੀ ਇੰਪੋਰਟੈਂਟ। ਹਾਂ, ਬਾਕੀ ਹੈਗੇ ਆ ਜਿਹੜੇ ਇਸ਼ੂਜ਼ ਹੈਗੇ ਉਹ ਵੀ ਬੜੇ ਇੰਪੋਰਟੈਂਟ ਨੇ ਕਿ ਬਰੈਂਪਟਨ ਦੇ ਵਿੱਚ ਕ੍ਰਾਈਮ ਦਾ ਇਸ਼ੂ ਹੈਗਾ। ਹੁਣ ਪੀਲ ਪੁਲਿਸ ਐਸੋਸੀਏਸ਼ਨ ਜਿਹੜੇ ਕਿ ਸਾਰੇ ਪੁਲਿਸ ਆਫੀਸਰਸ ਨੂੰ ਰੈਪਰੈਜ਼ੈਂਟ ਕਰ ਰਹੀ, ਉਹਨਾਂ ਨੇ ਵੀ ਪੈਟਰਿਕ ਬਰਾਊਨ ਨੂੰ ਇੰਡੋਰਸ ਕੀਤਾ ਕਿ ਉਹਦੇ ਕੋ ਹੀ ਹੈਜ਼ ਦ ਬੈਟਰ ਏਜੰਡਾ ਟੂ ਫਾਈਟ ਕ੍ਰਾਈਮ, ਇਫ ਨਾਟ ਰੋਂਗ, ਹੈ ਨਾ। ਸੋ ਇਹ ਇੱਕ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ ਹੈ। ਬਰੈਂਪਟਨ ਦੇ ਵਿੱਚ ਤੁਸੀਂ ਬਰੈਂਪਟਨ ਦੀ ਇਕੋਨਮੀ ਨੂੰ ਕਿਵੇਂ ਵਧਾਉਣਾ ਵਾ, ਇਹ ਵੀ ਬੜਾ ਇਸ਼ੂ ਹੈਗਾ ਆ। ਹੋਰ ਤੁਸੀਂ ਬਰੈਂਪਟਨ ਦੇ ਵਿੱਚ ਗ੍ਰਿਡ ਲੌਕ ਨੂੰ ਕਿਵੇਂ ਖਤਮ ਕਰਨਾ। ਬਰੈਂਪਟਨ ਦੇ ਵਿੱਚ ਇੱਕ ਬਹੁਤ ਵੱਡਾ ਆ ਜਿਹੜਾ ਇੱਥੇ ਟ੍ਰੈਫਿਕ ਦਾ ਗ੍ਰਿਡ ਲੌਕ ਹੈਗਾ ਆ, ਜਿਹੜਾ ਕਦੇ ਉਹਦੇ 5 ਮਿੰਟ ਦਾ ਰਸਤਾ ਹੁੰਦਾ ਸੀ ਉਹਦੇ 25 ਮਿੰਟ ਲੱਗ ਜਾਂਦੇ ਆ ਹੁਣ। ਠੀਕ ਹੈ, ਦੈਟਸ ਅ ਬਿਗ ਇਸ਼ੂ। ਠੀਕ ਹੈ, ਆਪਣਾ ਜਿਹੜਾ ਇਨਫਰਾਸਟ੍ਰਕਚਰ ਸਿਟੀ ਦਾ ਖਾਸ ਕਰਕੇ ਟਰਾਂਸਪੋਰਟੇਸ਼ਨ, ਇਹ ਸਾਰੇ ਇਸ਼ੂਜ਼ ਡੂ ਮੈਟਰ। ਠੀਕ ਹੈ, ਤੇ ਇਹ ਓਵਰਆਲ ਕੈਂਡੀਡੇਟ ਕਿਹੜਾ ਸਾਰੇ ਇਸ਼ੂਜ਼ ਨੂੰ ਟੈਕਲ ਕਰ ਸਕਦਾ, ਮੈਸੇਜ ਲੈ ਕੇ ਆ ਰਿਹਾ, ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਤੁਹਾਡਾ ਜਿਹੜਾ ਇੱਕ ਪੋਲੀਟੀਕਲ ਤੁਹਾਡੀ ਇੱਕ ਤਿੱਖੀ ਨਜ਼ਰ ਹੈ ਤੇ ਕੌਂਸਲ 'ਚ ਡਿਵੀਜ਼ਨ ਰਹੀ 5 ਵਰਸਸ 6, ਕੀ ਲੱਗਦਾ ਕਿ ਜਿਹੜੇ ਰਿਜ਼ਲਟ ਦੇ ਬਾਅਦ ਕੀ ਮੈਂਡੇਟ ਮਿਲੂਗਾ ਕਿਸੇ ਵੀ ਮੇਅਰ ਕੈਂਡੀਡੇਟ ਨੂੰ ਕਿ ਉਹ ਡਿਵਾਈਸਿਵ ਪੋਲਿਟਿਕਸ ਹੋ ਸਕਦੀ ਹੈ, ਦੁਬਾਰਾ ਹੀ ਉੱਦਾਂ ਹੀ ਐਲੀਗੇਸ਼ਨ ਇੱਕ ਦੂਜੇ ਨਾਲ ਹੋ ਸਕਦੇ, ਕਿੱਦਾਂ ਦੇਖਦੇ ਹੋ? ਮੈਨੂੰ ਲੱਗ ਰਿਹਾ ਕਿ ਜਿਹੜੇ 2 ਕੈਂਡੀਡੇਟਸ ਦਾ ਰਿਟਾਇਰ ਹੋ ਜਾਣਾ, ਠੀਕ ਹੈ, ਤੇ ਇੱਕ ਇਫ ਆਮ ਨਾਟ ਰੋਂਗ ਸ਼ੀ ਵੈਂਟ ਟੂ ਪ੍ਰੋਵਿੰਸ਼ੀਅਲ ਪੋਲਿਟਿਕਸ, ਤੇ ਉਹਦੇ ਕਰਕੇ ਐਡਵਾਂਟੇਜ ਮੇਅਰ ਬਰਾਊਨ ਦੀ ਜਿਹੜੇ ਲਾਈਕ ਮਾਈਂਡਡ ਕੈਂਡੀਡੇਟਸ ਦਾ ਡੈਫੀਨਿਟਲੀ ਹੋ ਗਿਆ ਵਾ। ਠੀਕ ਹੈ, ਤੇ ਉਹ ਮੈਨੂੰ ਲੱਗਦਾ ਅਗਲੀ ਵਾਰੀ ਲੜਾਈ ਘਟੇਗੀ। ਠੀਕ ਹੈ, ਤੇ ਦੂਜੀ ਗੱਲ ਹੈ ਕਿ ਜਿਹੜਾ ਡਗ ਫੋਰਡ ਹੋਣਾ ਨੇ ਪਾਲਿਸੀ ਦੀ ਇੰਪਲੀਮੈਂਟੇਸ਼ਨ ਲਈ ਟੋਰਾਂਟੋ ਤੇ ਆਟਵਾ 'ਚ ਕੀਤੀ ਹੈ, ਜਿਹੜੇ ਮੇਅਰ ਨੂੰ ਸੁਪਰ ਮੇਅਰ ਬਣਾਤਾ ਆ, ਬਟ ਉਹਨਾਂ ਦੇ ਏਜੰਡੇ 'ਚ ਵੱਡੇ ਸ਼ਹਿਰ ਜਿਵੇਂ ਮਿਸਿਸਾਗਾ, ਬਰੈਂਪਟਨ ਇਹ ਵੀ ਲਿਆਉਣੇ ਹੈਗੇ ਅਗਲੇ 2 ਸਾਲਾਂ 'ਚ। ਬਟ ਬੋਨੀ ਕਰੋਮਬੀ ਨੇ ਕਿਹਾ ਕਿ ਸਾਨੂੰ ਕੌਂਸਲ ਨੂੰ ਜ਼ਿਆਦਾ ਪਾਵਰ ਚਾਹੀਦੀ, ਸਾਨੂੰ ਮੇਅਰ ਨੂੰ ਨਹੀਂ ਚਾਹੀਦੀ, ਤਾਂ ਕਿ ਮਿਸਯੂਜ਼ ਨਾ ਹੋ ਸਕੇ। ਉਹ ਕਹਿਣ ਦੀ ਗੱਲ ਹੁੰਦੀ, ਪਰ ਆਈ ਥਿੰਕ ਸਾਰੇ ਦਿਲੋਂ ਤਾਂ ਚਾਹੁੰਦੇ ਹੀ ਹੁੰਦੇ ਆ। ਠੀਕ ਹੈ, ਤੇ ਐਂਡ ਡਗ ਫੋਰਡ ਕਿਉਂਕਿ ਉਹ ਸਿਟੀ ਪੋਲਿਟਿਕਸ ਰਹੇ ਆ, ਹੀ ਅੰਡਰਸਟੈਂਡਸ ਇਹ ਡਿਵਿਸਿਵ ਬਹੁਤ ਆ। ਮੈਨੂੰ ਲੱਗਦਾ ਉਹ ਚਾਹੁੰਦੇ ਵੀ ਤਾਈਓ ਆ ਕਿਉਂਕਿ ਉਹਨਾਂ ਦਾ ਆਪਣਾ ਐਕਸਪੀਰੀਅੰਸ ਹੈਗਾ ਆ। ਸੋ ਉਹ ਪਾਵਰ ਦੇਣਗੇ, ਤੇ ਉਹ ਪਾਵਰ ਦੇਣ ਦੇ ਨਾਲ ਮੈਨੂੰ ਲੱਗਦਾ ਕਿ ਜਿਹੜਾ 2/3 ਦਾ ਹਿੱਸਾ ਹੈਗਾ ਜਿਹੜਾ ਮੋਸਟ ਲਾਈਕਲੀ ਮੈਨੂੰ ਲੱਗਦਾ ਇਸ ਵਾਰ ਯੂ ਵਿਲ ਸੀ ਅ ਸਮੂਥ ਸੇਲਿੰਗ। ਤੇ ਇਸੇ ਲਈ ਕਰਕੇ ਇਹ ਜਿਹੜੇ ਅਗਲੇ 4 ਸਾਲ ਆ ਇਹ ਕਾਉਂਸਲ ਲਈ, ਤੇ ਜੋ ਵੀ ਮੇਅਰ ਮੋਸਟ ਲਾਈਕਲੀ ਜੋ ਵੀ ਫਰੰਟ ਰਨਰ ਹੈਗਾ ਜੇ ਉਹ ਬਣ ਜਾਂਦਾ ਆ ਤਾਂ ਉਹਦੇ ਲਈ ਕਿ ਇਹ ਅਗਲੇ 4 ਸਾਲਾਂ ਬਾਅਦ ਜਵਾਬਦੇਹੀ ਬਹੁਤ ਮੁਸ਼ਕਿਲ ਹੋ ਜਾਏਗੀ ਕਿ ਮੈਨੂੰ ਮੌਕਾ ਨਹੀਂ ਸੀ ਕੋਈ ਦਿੰਦਾ, ਕਿਉਂਕਿ ਇਸ ਵਾਰ ਮੈਨੂੰ ਲੱਗਦਾ ਲੋਕਾਂ ਨੇ ਕਾਈਂਡ ਆਫ ਮਨ ਬਣਾ ਲਿਆ ਕਿ ਉਹਨਾਂ ਨੇ ਕਰਨਾ ਕੀ ਆ। ਠੀਕ ਹੈ ਬੋਬੀ ਜੀ, ਇੱਕ ਇਸ਼ੂ ਹੈਗਾ ਕਿ ਸੇਫਟੀ ਐਂਡ ਸਿਕਿਉਰਿਟੀ ਦਾ ਸਾਰਿਆਂ ਲਈ, ਸਾਡੇ ਤੁਹਾਡੇ ਬਰੈਂਪਟੋਨੀਅਨਸ ਲਈ। ਅਸੀਂ ਦੇਖਿਆ ਕਾਰ ਜੈਕਿੰਗਸ ਐਵਰੀ ਡੇ, ਪਤਾ ਕਿੰਨੀਆਂ ਕਾਰਾਂ ਚੋਰੀ ਹੁੰਦੀਆਂ। ਪੈਟਰਿਕ ਬਰਾਊਨ ਨੇ ਇੱਥੇ ਸਾਡੇ ਸ਼ੋਅ 'ਚ ਕਿਹਾ ਕਿ ਮੈਂ ਚੀਫ ਨਿਸ਼ ਤੋਂ ਵਿਸ਼ ਲਿਸਟ ਲਿੱਤੀ ਹੈ ਕਿ ਤੁਹਾਡੀ ਵਿਸ਼ ਲਿਸਟ ਕੀ ਹੈ, ਮੈਨੂੰ ਪਤਾ ਚੱਲੇ, ਮੈਂ ਉੱਤੇ ਕੰਮ ਕਰਾਂ। ਨਿੱਕੀ ਜੀ ਨੇ ਵੀ ਕਿਹਾ ਕਿ ਸੇਫਟੀ ਸਿਕਿਉਰਿਟੀ ਦਾ ਅਸੀਂ ਆਵਾਂਗੇ ਤੇ ਇੱਥੇ ਪੁਲਿਸ ਨੂੰ ਹੋਰ ਪੁਲਿਸ ਅਫਸਰ ਦੇਵਾਂਗੇ, ਸਾਡੇ ਕੋਲ ਬਾਈ ਲਾਅ ਆਫਿਸਰ ਘੱਟ ਹੈ, ਔਰ ਉਹਨਾਂ ਨੇ ਪੈਟਰਿਕ ਨੇ ਕਿਹਾ ਕਿ ਸਾਡੇ ਕੋਲ ਫੈਡਰਲ ਦੀ ਫੰਡਿੰਗ ਵੀ ਹੈਗੀ ਹੈ। ਸੋ ਤੁਹਾਨੂੰ ਕੀ ਲੱਗਦਾ ਪੀਲ ਪੁਲਿਸ ਕੋਈ ਪ੍ਰੈਸ਼ਰ ਦੇ ਅੰਡਰ ਹੈ, ਕਿਉਂਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਲੰਬੀਆਂ ਚੱਲਦੀਆਂ, ਸਾਡੇ ਜੋ ਪੋਲੀਟੀਕਲ, ਕਿਉਂਕਿ ਸਾਡੇ 5 MP ਇੱਥੇ ਹੈ, ਸਾਡੇ MPPs ਇੱਥੇ ਹੈ, ਸਾਡੇ ਕਾਉਂਸਲਰ ਇੱਥੇ ਹੈ, ਸਾਡੇ ਕੋਲ ਇੰਨੇ ਸਟਰੋਂਗ ਚੀਫ ਪੁਲਿਸ ਆਫਿਸਰਸ ਹੈਗੇ ਆ, ਤੇ ਅਸੀਂ ਕੀ ਮਤਲਬ ਕਿੱਥੇ ਕਮੀ ਹੈ ਕਿ ਅਸੀਂ ਆਹ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੇ? ਔਰ GTA ਔਰ ਸ਼ੈਰੀਡਨ ਕਾਲਜ ਦਾ ਨਾਮ ਸਾਰੀ ਦੁਨੀਆ 'ਚ ਬਦਨਾਮ ਹੋ ਗਿਆ, ਕਿੱਦਾਂ ਇਸ ਨੂੰ ਤੁਸੀਂ ਇਵੈਲੂਏਟ ਕਰੋਗੇ? ਦੇਖੋ ਅਨਫੋਰਚੂਨੇਟ ਹੈਗਾ ਆ ਕਿ ਕ੍ਰਾਈਮ ਜੋ ਤੁਸੀਂ ਕਿਹਾ ਕਿ ਨੰਬਰ ਵਧਿਆ। ਪੀਲ, ਲੈਟਸ ਨਾਟ ਫੋਰਗੇਟ, ਪੀਲ ਹੁਣ ਇੱਕ ਛੋਟਾ ਜਿਹਾ
ਏਰੀਆ ਨਹੀਂ ਰਹਿ ਗਿਆ। ਪੀਲ ਦੇ ਵਿਚਲਾ 1.5 ਮਿਲੀਅਨ ਤੋਂ ਉੱਤੇ ਲੋਕ ਰਹਿ ਰਹੇ ਠੀਕ ਆ। ਹੈ। ਵੈਸੇ ਲੋਕ 1.7 1.8 ਮਿਲੀਅਨ ਵੀ ਕਹਿੰਦੇ ਇਫ ਯੂ ਕਾਊਂਟ Yes. ਐਵਰੀਬਡੀ ਇਨ, Yeah, yeah. ਪਰ 1.5 ਤਾਂ ਹੈਗਾ ਹੀ ਆ। ਸੋ 1.5 ਇੱਕ ਇਟਸ ਅ ਬਿਗ ਮੈਟਰੋਪੋਲੀਟਨ ਏਰੀਆ ਰਾਈਟ ਨਾਓ। ਤੇ ਜਦੋਂ ਵੱਡੇ ਸ਼ਹਿਰਾਂ ਦੀਆਂ ਸਮੱਸਿਆਵਾਂ ਹੁੰਦੀਆਂ ਹੈਗੀਆਂ ਆ, ਤੇ ਕਾਰ ਚੋਰੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਤੇ ਇਹਦਾ ਇੱਕ ਰੀਜ਼ਨ ਵੀ ਆਲ ਨੋ ਕਿ ਜਿਹੜਾ ਪੈਂਡੈਮਿਕ ਕਰਕੇ ਕਾਰ ਪ੍ਰੋਡਕਸ਼ਨ ਘਟੀਆਂ, ਕੀ ਰੀਜ਼ਨ ਹੈਗੇ ਆ ਅਫਰੀਕਾ ਦੇ ਵਿੱਚ ਜਾਂ ਹੋਰ ਏਸ਼ੀਆ ਦੇ ਵਿੱਚ ਕਿੰਨੀ ਕਾਰ ਦੀ ਡਿਮਾਂਡ ਆ। ਇਟ ਹੈਜ਼ ਟੂ ਬੀ ਅ ਕਲੈਕਟਿਵ ਅਪਰੋਚ। ਜੇ ਇੱਥੇ ਗੱਡੀ ਚੱਕ ਹੁੰਦੀ ਆ, ਜਿਹੜੇ ਟ੍ਰੇਲਰ ਚੱਕ ਕੇ ਲਿਜਾਂਦੇ ਉਹ ਹਾਈਵੇ ਤੇ ਹੀ ਜਾਂਦੇ ਹੋਣਗੇ, ਬਿਲਕੁਲ ਉੱਥੇ ਉਹ OPP ਅੰਡਰ ਆ, ਪ੍ਰੋਵਿੰਸ਼ੀਅਲ ਗਵਰਨਮੈਂਟ ਹੇਠਾਂ ਆ। ਜਦੋਂ ਪੋਰਟ ਦੇ ਵਿੱਚ ਜਾਂਦੇ ਆ ਉਹ ਫੈਡਰਲ ਜੂਰਿਸਡਿਕਸ਼ਨ ਆ। ਬਿਲਕੁਲ ਮਿਊਨਿਸਿਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਤਿੰਨਾਂ ਨੂੰ ਪਾਰਟਨਰਸ ਨੂੰ ਬੈਠ ਕੇ ਦੇ ਹੈਵ ਟੂ ਫਾਈਂਡ ਅ ਸੋਲੂਸ਼ਨ। ਸੋ ਅਗਰ ਇਹਨੇ 4 ਸਾਲਾਂ ਸੋਲੂਸ਼ਨ ਨਹੀਂ ਲੱਭਿਆ, ਇਟ They ਮੀਨਸ have to. ਫੇਲਿਅਰ। I think it's a failure for It's a failure for all. ਸਾਰਿਆਂ ਦੀ ਫੇਲਿਅਰ ਹੈ, ਕਿਉਂਕਿ ਆਨਗੋਇੰਗ ਤਾਂ ਚੋਰੀਆਂ ਹੋ ਹੀ ਜਾ ਰਹੀਆਂ। ਬਿਲਕੁਲ ਇਹ ਇਨੀਸ਼ੀਏਟਿਵ ਲੈਣਾ ਪਏਗਾ, ਇਹ ਕਿਸੇ ਨੂੰ ਲੈਣਾ ਪਏਗਾ। ਇਹ ਬੈਟਰ ਹੈ ਕਿ ਸਾਡੇ ਜਿਹੜੇ ਸਿਟੀ ਲੈਵਲ ਦੇ ਪੋਲੀਟੀਸ਼ੀਅਨ ਆ, ਪੀਲ ਦੇ ਆ, ਚਾਹੇ ਬਰੈਂਪਟਨ ਦੇ, ਮਿਸਿਸਾਗਾ ਦੇ ਆ, ਟੋਰਾਂਟੋ ਦੇ ਮੇਅਰ ਆ, ਇਹ ਇਕੱਠੇ ਹੋਣ, ਇਹਦੇ ਨਾਲ ਸਾਡੇ ਪ੍ਰੀਮੀਅਰ ਹੋਣ, ਫਿਰ ਕੋਈ ਦੇ ਹੈਵ ਟੂ ਵਰਕ ਟੂਗੇਦਰ। ਠੀਕ ਹੈ। ਕਿਉਂਕਿ ਇਹ ਵੱਡਾ ਇਸ਼ੂ ਹੈਗਾ ਆ, ਤੇ ਜਿੰਨੀ ਦੇਰ ਤੱਕ ਇਹ ਕਲੈਕਟਿਵਲੀ ਨਹੀਂ ਕੰਮ ਕਰੂਗੇ ਇਹ ਸਮੱਸਿਆ ਨਹੀਂ ਰੁਕੇਗੀ। ਠੀਕ ਹੈ ਬੋਬੀ ਜੀ, ਨਵਾਂ ਟ੍ਰੈਂਡ ਚੱਲਿਆ ਮਿਊਨਿਸਪਲ ਇਲੈਕਸ਼ਨ 'ਚ ਕਿ ਸਰਵੇ ਆਉਂਦੇ ਆ ਕਾਫੀ, ਇੱਕ ਕੈਂਪੇਨ ਇੱਕ ਕੱਢਦਾ, ਦੂਜਾ ਕੈਂਪੇਨ ਦੂਜਾ ਕੱਢਦਾ ਹੈ। ਸੋ ਲੋਕਾਂ ਨੂੰ ਟਰਸਟ ਕਰਨਾ ਮੁਸ਼ਕਲ ਹੋ ਜਾਂਦਾ ਹੈ। ਵਾਟ ਇਜ਼ ਦ ਰਾਈਟ, ਕਿਹੜੀ ਏਜੰਸੀ ਦਾ ਜਿਹੜੀ ਸਰਵੇ ਕਰੈਕਟ ਕੱਢੇ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਜੋ ਫੈਡਰਲ ਜਾਂ ਪ੍ਰੋਵਿੰਸ 'ਚ ਹੁੰਦਾ। ਕਿਉਂਕਿ ਇੱਦਾਂ ਦੇ ਕੈਂਪੇਨ ਜਾਂ ਤਾਂ ਸਰਵੇ ਬੰਦ ਹੋਣੇ ਚਾਹੀਦੇ ਆ ਤਾਂ ਕਿ ਕਿਸੇ ਨੂੰ ਡਿਲੂਸ਼ਨ ਨਾ ਹੋਏ ਕਿ ਆ ਹੋ ਕੀ ਰਿਹਾ। ਕੀ ਕਹੋਗੇ? ਦੇਖੋ ਨਿਤਿਨ ਜੀ, ਇੰਟਰਨਲ ਕੰਪੇਨ ਪੋਲ ਤਾਂ ਹਰ ਨੇ ਕਰਨੇ ਆ। ਉਹਨਾਂ ਨੇ ਆਪਣੇ ਜਿਹੜੇ ਟਰੂਪਸ ਹੁੰਦੇ ਉਹਨਾਂ ਨੂੰ ਮੋਟੀਵੇਟ ਕਰਨਾ ਹੁੰਦਾ। ਇਹ ਇਟਸ ਅ ਪਾਰਟ ਆਫ ਦੀ ਗੇਮ। ਠੀਕ ਹੈ। ਇਹ ਪਰ ਹੁਣ ਲੋਕਾਂ ਨੇ ਦੇਖਣਾ ਪਰ ਲੋਕ ਕਿੱਦਾਂ ਦੇਖੋਗੇ? ਉਹ ਤਾਂ ਟਰਸਟ ਕਰਦੇ ਪੋਲੀਟੀਸ਼ੀਅਨਸ। ਦੇ ਹੈਵ ਟੂ ਲੁੱਕ ਐਟ ਕਿ ਜਿਹੜਾ ਪੋਲ ਕੌਣ ਕਰ ਰਿਹਾ ਹੈ, ਕਿਹੜੀ ਕੰਪਨੀ ਕਰ ਰਹੀ ਆ, ਅਗਰ ਉਹਦਾ ਮਾਲਕ ਕੌਣ ਆ। ਇੱਕੋ ਹੀ ਕੰਪਨੀ ਪੋਲ ਕਰ ਰਹੀ ਹੈ ਔਰ ਉਹੀ ਜਿਹੜਾ ਇੱਕ ਕੈਂਪੇਨ ਪੇ ਕਰ ਦਿੰਦਾ ਉਹਦੇ ਫੇਵਰ 'ਚ, ਦੂਜਾ ਕਰ ਦਿੰਦਾ ਉਹਦੇ ਫੇਵਰ 'ਚ, ਤੇ ਲੋਕ ਕੀ ਕਰਨ ਜੀ? ਨਹੀਂ ਮੈਨੂੰ ਲੱਗਦਾ ਲੋਕਾਂ ਨੇ ਡਿਸਾਈਡ ਕਰਨਾ, ਦੇ ਸ਼ੁਡ ਨਾਟ ਰਿਲਾਈ ਔਨ ਇਟ। ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਠੀਕ ਹੈ। ਪਰ ਹਾਂ, ਜਿਹੜੀ ਮੈਥਡੋਲੋਜੀ ਆ, ਕਿਹੜੀ ਪੋਲਿੰਗ ਫਰਮ ਕਿਵੇਂ ਕਰਦੀ, ਉਹਦਾ ਟਰੈਕ ਰੈਕਡ ਕੀ ਆ ਬਰੈਂਪਟਨ ਦੇ ਵਿੱਚ। ਠੀਕ ਹੈ। ਉਹ ਇੱਕ ਮੈਨੂੰ ਪਤਾ ਆ ਕੰਪਨੀ ਦਾ ਟਰੈਕ ਰੈਕਡ ਹੈਗਾ, ਪਿਛਲੀ ਵਾਰੀ ਦੇ ਵਰ ਦ ਮੋਸਟ ਐਕੂਰੇਟ। ਠੀਕ ਹੈ। ਮੇਨ ਸਟਰੀਟ ਰਿਸਰਚ, Okay. ਉਹਨਾਂ ਦਾ ਪਿਛਲੀ ਵਾਰੀ ਉਹਨਾਂ ਨੇ 3-4% ਦਾ ਡਿਫਰੈਂਸ ਦੱਸਿਆ ਸੀਗਾ ਅਖੀਰ ਵਿੱਚ ਠੀਕ ਹੈ। ਕਿ ਲਿੰਡਾ ਹਾਰ ਜਾਏਗੀ। ਐਂਡ ਅਸੀਂ ਨਹੀਂ ਸੀ ਮੰਨਦੇ ਇਹ ਹੋ ਨਹੀਂ ਸਕਦਾ, ਠੀਕ ਹੈ। ਪਰ ਹੋਇਆ। ਸੋ ਉਹ ਟਰੈਕ ਰੈਕਡ ਹੈ। ਪਰ ਮੈਂ ਫਿਰ ਕਹਿੰਦਾ ਦੈਨ ਮਿਊਨਿਸਿਪਲ ਇਲੈਕਸ਼ਨਸ ਆਰ ਵੈਰੀ ਟਫ ਟੂ ਪ੍ਰੈਡਿਕਟ। ਠੀਕ ਹੈ। ਕਿਉਂਕਿ ਕਈ ਵਾਰੀ ਪੋਲਸ ਕੁਝ ਦੱਸਦੇ ਹੁੰਦੇ ਆ, ਹੁੰਦਾ ਕੁਛ। ਉਹ ਹੁੰਦਾ ਹੈ ਕਿ ਰੀਜ਼ਨ ਹੈ ਕਿ ਡਿਪੈਂਡ ਕਰਦਾ ਕਿਹੜੇ ਵਾਰਡ ਚੋਂ ਵੋਟ ਨਿਕਲਣੀ ਆ, ਕਿਹੜੀ ਡੈਮੋਗ੍ਰਾਫਿਕ ਹਿੱਟ ਹੋ ਰਹੀ ਆ, Yeah. ਇਹ ਟਰਨ ਆਊਟ ਕਿੰਨਾ ਹੋਣਾ। ਸੋ ਦ ਟਫੈਸਟ ਜਿਹੜਾ ਜੂਰਿਸਡਿਕਸ਼ਨ ਟੂ ਪ੍ਰੈਡਿਕਟ ਇਜ਼ ਆਲਵੇਜ਼ ਮਿਊਨਿਸਿਪਲ। ਸੋ ਕੀ ਪ੍ਰੈਡਿਕਸ਼ਨ ਕਰਦੇ ਹੋ 24 ਅਕਤੂਬਰ ਨੂੰ? ਮੇਰੀ 24 ਅਕਤੂਬਰ ਦੀ ਪ੍ਰੈਡਿਕਸ਼ਨ, ਜਦੋਂ ਆਪਾਂ ਪੀਅਰਸਨ 에ਅਰਪੋਰਟ 'ਚ ਬਾਹਰ ਨਿਕਲੀਦਾ ਨਾ, 3 ਫੋਟੋਆਂ ਵਾ, ਠੀਕ ਹੈ। ਟੋਰਾਂਟੋ ਮੇਅਰ ਦੀ, Yeah. ਮਿਸਿਸਾਗਾ ਮੇਅਰ ਦੀ, ਬਰੈਂਪਟਨ ਮੇਅਰ ਦੀ। ਠੀਕ। ਉਹ ਜਿਹੜੀਆਂ ਹੁਣ ਫੋਟੋਆਂ ਆ ਨਾ ਉਦਾਂ ਹੀ ਰਹਿਣਗੀਆਂ। ਉਦਾਂ ਹੀ ਰਹਿਣਗੀਆਂ। ਸੋ ਕੈਲੇਡਨ ਦੀ ਕੀ ਪ੍ਰੈਡਿਕਸ਼ਨ ਕਰਦੇ ਹੋ? ਉੱਥੇ ਦੋ ਕੈਂਡੀਡੇਟਸ ਦੇ ਵਿੱਚ ਟੱਕਰ ਹੈ, ਜੈਨੀਫਰ ਇਨਿਸ ਔਰ ਐਨਿਟ ਗ੍ਰੋਵਸ। ਦੇਖੋ ਜੈਨੀਫਰ ਇਨਿਸ ਤੇ ਐਨਿਟ ਗ੍ਰੋਵਸ ਟੱਕਰ ਹੈ, ਤੇ ਫਸਵੀਂ ਟੱਕਰ ਹੈ। ਪਹਿਲੀ ਵਾਰੀ ਮੇਅਰ ਬਣਨਾ ਦੋਨਾਂ ਨੇ। ਠੀਕ। ਆਈ ਹਰਡ ਇਟਸ ਅ ਵੈਰੀ ਟਾਈਟ ਕੰਟੈਸਟ। ਪਰ ਜਿਹੜੀ ਇੰਟਰਨਲ ਪੋਲਿੰਗ ਕਿ ਦੋਨਾਂ ਮੈਨੂੰ ਜੋ ਸੁਣਨ ਚ ਆ ਰਿਹਾ ਵਾ ਕਿ ਜੈਨੀਫਰ ਇਨਿਸ ਹੈਜ਼ ਬਿਟ ਆਫ ਐਨ ਐਡਵਾਂਟੇਜ। ਓਕੇ। ਔਰ ਐਲਨ ਥਾਮਸਨ ਜਿਹੜੇ ਪ੍ਰੈਜ਼ੀਡੈਂਟ ਨੇ ਉਹਨੇ endorse ਵੀ ਕੀਤਾ। ਇਹ ਉਹ ਹੋਇਆ ਆ ਜਿਸ ਤਰ੍ਹਾਂ ਮਿਸਿਸਾਗਾ ਦੀ ਇੱਕ ਵਾਰੀ ਚੋਣ ਦੇ ਵਿੱਚ ਜਦੋਂ ਬੋਨੀ ਕਰੋਂਬੀ ਆਇਆ ਤੇ ਉਹਨਾਂ ਦੇ ਜਿਹੜੇ ਅਪੋਨੈਂਟ ਸੀਗੇ, ਆਈ ਐਮ ਸਕਿਪਿੰਗ ਹਿਸ ਨੇਮ, ਇਹਦੇ ਸ਼ਾਇਦ ਉਹਨਾਂ ਦਾ ਸਟੀਵ, ਆਈ ਫੋਰਗॉट ਹਿਸ ਨੇਮ ਹੈ ਨਾ, ਉਹਦੇ ਬੇਟੇ ਕਾਉਂਸਲਰ ਵੀ ਹੈਗੇ ਆ। ਉਹ ਦੋਨੋਂ ਦੀ ਟਾਈਟ ਰੇਸ ਸੀਗੀ। ਠੀਕ ਹੈ। ਤੇ ਲੱਗਦਾ ਸੀ ਸ਼ਾਇਦ ਦੂਜੇ ਜਿੱਤ ਸਕਦੇ ਆ, ਕੋਈ ਦੋਨੋਂ ਕਾਉਂਸਲਰ ਸੀਗੇ। ਤੇ ਪਰ ਹੇਜ਼ਲ ਮਕੇਲੀਅਨ ਦਾ ਇੰਡੋਰਸਮੈਂਟ ਚੇਂਜਡ ਦੀ ਇਕੁਏਸ਼ਨ। ਇੱਥੇ ਆਈ ਥਿੰਕ ਐਲਨ ਥਾਮਸਨਸ endorsement will be the game changer. ਓਕੇ। ਸੋ ਵਾਰਡ 9 ਐਂਡ 10 ਦੇ ਅੰਦਰ ਕੀ ਪ੍ਰੈਡਿਕਟ ਕਰਦੇ ਹੋ? ਬੜਾ ਸਟਰੋਂਗ ਫਾਈਟ ਹੈ, ਬੜੀ ਅਟੈਕਸ ਹੈ ਇੱਕ ਦੂਜੇ ਤੇ, ਤੁਸੀਂ ਕਿੱਦਾਂ ਦੇਖਦੇ ਹੋ ਉਹਨੂੰ? ਹਰਕੀਰਤ ਜਿੱਤ ਜਾਏਗਾ। ਠੀਕ ਹੈ। ਸਿਟੀ ਤੇ ਰੀਜਨਲ ਤੇ ਆਈ ਕੈਨਟ ਸੇ ਐਨੀਥਿੰਗ। ਉਹ ਇੱਕ ਬੈਟਲ ਰਾਇਲ, ਇਟਸ ਵੈਰੀ ਟਫ ਟੂ ਪ੍ਰੈਡਿਕਟ। ਲੋਕਾਂ ਦੇ ਛੱਡ ਦਿੰਦੇ, ਉਹ ਲੋਕਾਂ ਦੇ, ਉਹ ਐਕਚੁਅਲੀ ਉਹ ਮੈਂ ਕੁਝ ਕਹਿ ਕੇ ਕਿਸੇ ਦੀ ਓਪੀਨੀਅਨ ਕਿਸੇ ਪਰ ਸਵੇ ਨਹੀਂ ਕਰਨਾ ਚਾਹੁੰਦਾ, ਕਿਉਂਕਿ ਉਹ ਡੈਫੀਨਿਟਲੀ ਵੈਰੀ ਟਫ ਟੂ ਪ੍ਰੈਡਿਕਟ ਹੈ। ਠੀਕ ਹੈ। ਲੇਕਿਨ ਜਿਹੜੇ ਅਟੈਕਸ ਹੁੰਦੇ ਇੱਕ ਪਰਸਨਲ ਲੈਵਲ ਤੇ, ਉਹਨੂੰ ਤੁਸੀਂ ਐਥੀਕਲ ਮੰਨਦੇ ਹੋ ਕਿ ਨਹੀਂ? ਦੇਖੋ ਨਿਤਿਨ ਜੀ, ਪੋਲਿਟਿਕਸ ਦੇ ਵਿੱਚ when you are in public office ਜੇ ਲੜਨ ਕਰਨਾ ਹੋਵੇ ਨਾ, you have to be prepared for attacks। ਠੀਕ ਹੈ। ਕਿ ਇਹ ਪਹਿਲੀ ਵਾਰੀ ਨਹੀਂ ਹੋਇਆ ਤੇ ਲਾਸਟ ਟਾਈਮ ਨਹੀਂ ਹੋਣਾ। ਠੀਕ ਹੈ। you have to be thick skinned। ਠੀਕ ਹੈ। ਪਰ ਹਾਂ ਇੱਕ ਮਰਿਆਦਾ ਰੱਖਣੀ ਚਾਹੀਦੀ, we all want that। ਪਰ ਮੈਂ ਜੇ ਅਟੈਕ ਕਰਨਾ, you have to give a positive message। ਠੀਕ ਹੈ। ਬੋਬੀ ਜੀ, ਥੈਂਕ ਯੂ ਵੈਰੀ ਮਚ। ਆਏ ਗੱਲਬਾਤ ਕੀਤੀ ਇਸ਼ੂਜ਼ ਤੇ ਮੁੱਦਿਆਂ ਤੇ। ਲੈਟਸ ਸੀ ਵਾਟ ਹੈਪਨਸ ਔਨ 24 ਅਕਤੂਬਰ ਨੂੰ। ਅਸੀਂ ਵੋਟਰਸ ਨੂੰ ਇੱਕ ਰਿਕੁਐਸਟ ਕਰਦੇ ਹਾਂ ਕਿ ਵੋਟ ਜ਼ਰੂਰ ਪਾਓ, ਲੋ ਟਰਨ ਆਊਟ ਨਾ ਰੱਖੋ।
24 ਅਕਤੂਬਰ ਨੂੰ ਦੀਵਾਲੀ ਤੇ ਬੰਦੀ ਛੋੜ ਦੀ ਫੈਸਟੀਵਲ ਹੈ ਸਾਡਾ ਬਹੁਤ ਵੱਡਾ, ਲੇਕਿਨ ਵੋਟ ਜ਼ਰੂਰ ਪਾਓ, ਚਾਹੇ ਜਲਦੀ ਜਾ ਕੇ ਪਾਓ, ਆਪਣੇ ਘਰ 'ਚ ਫੰਕਸ਼ਨਸ ਕਰੋ, ਜੋ ਵੀ ਹੈ ਪੂਜਾ ਕਰੋ, ਪਾਠ ਕਰੋ, ਲੇਕਿਨ ਵੋਟ ਜ਼ਰੂਰ ਪਾਓ। ਸੋ ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਵੇਗਾ। ਫਿਰ ਕਿਸੇ ਗੈਸਟ ਨਾਲ ਰੂਬਰੂ ਜਲਦ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।